थे ਅੱਜ ਦੀ ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੈ ਨੂੰ ਆਖਦੇ ਹਾਂ। ਵੀਰ ਹਰਜੀਤ ਸਿੰਘ ਜੀ ਪਿਛਲੇ ਕਈ ਹਫ਼ਤਿਆਂ ਤੋਂ ਸਾਡੇ ਨਾਲ ਗੁਰਬਾਣੀ ਦੇ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਕਰ ਰਹੇ ਹਨ। ਇਸੇ ਲੜੀ ਦੇ ਵਿੱਚ ਅੱਜ ਅਗਲਾ ਭਾਗ ਸਾਡੇ ਨਾਲ ਸਾਂਝਾ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਗੁਰਬਾਣੀ ਵਿੱਚ ਆਏ ਹੋਏ ਸੰਕੇਤਕ ਸ਼ਬਦ, ਸੰਕੇਤਕ ਸ਼ਬਦਾਵਲੀ, ਉਹਨਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਪਿਛਲੇ ਕਲਾਸ ਜਦੋਂ ਅਸੀਂ ਹੋਈ ਸੀ, ਨੰਨੇ ਅੱਖਰ ਤੱਕ ਅਸੀਂ ਵਿਚਾਰਾਂ ਕਰ ਚੁੱਕੇ ਹਾਂ। ਅੱਜ ਪੱਪੇ ਦੇ ਜਿਹੜੇ ਅੱਖਰ ਸ਼ੁਰੂ ਹੁੰਦੇ ਹਨ ਉਹਨਾਂ ਦੀ ਵਿਚਾਰ ਆਪ ਜੀ ਦੇ ਨਾਲ ਸ਼ੁਰੂ ਕਰਾਂਗੇ। ਤਾਂ ਪਹਿਲਾ ਸ਼ਬਦ ਪਹਿਰਾ ਜਾਂ ਪਹਿਰੇ ਲਫ਼ਜ਼ ਹੈ। ਇਹ ਇੱਕ ਕਾਵਿ ਰੂਪ ਹੈ ਜੋ ਰਾਤ ਦੇ 4 ਪਹਿਰਾਂ ਨੂੰ ਆਧਾਰ ਬਣਾ ਕੇ ਜੀਵਨ ਸਿੱਖਿਆ ਦਾ ਇੱਕ ਲੈਸਨ ਪੇਸ਼ ਕਰਦਾ ਹੈ, ਪਾਠ ਪੇਸ਼ ਕਰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਸਮੇਂ ਦੇ ਜਿਹੜੇ ਮਾਪਦੰਡ ਹੁੰਦੇ ਸਨ, ਉਹ ਵਿਸਵੇ, ਚੱਸਿਆਂ, ਘੜੀਆਂ, ਪਲ, ਪਹਿਰ, ਦਿਨ ਰਾਤ, ਇਸ ਢੰਗ ਦੇ ਨਾਲ ਇਹਨਾਂ ਨੂੰ ਮੰਨਿਆ ਜਾਂਦਾ ਸੀ। 15 ਨਿਮਖਾਂ ਦਾ ਵਿਸਾ, 15 ਵਿਸ਼ਿਆਂ ਦਾ ਚੱਸਾ, 3 ਚੱਸੇ ਦਾ ਪਲ, 60 ਪਲਾਂ ਦੀ ਘੜੀ, 8 ਘੜੀਆਂ ਦਾ ਪਹਿਰ, 8 ਪਹਿਰ ਦਾ ਦਿਨ ਰਾਤ, ਇਉਂ ਬਣਦਾ ਸੀ। ਗੁਰਬਾਣੀ ਦੇ ਵਿੱਚ ਵੀ ਪਹਿਰੇ ਸਿਰਲੇਖ ਸਾਨੂੰ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਕਾਵਿ ਰੂਪ ਪਹਿਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿਨ ਰਾਤ ਦਾ ਕੁੱਲ ਸਮਾਂ 8 ਪਹਿਰਾਂ ਦਾ ਮੰਨਿਆ ਗਿਆ ਹੈ। ਗੁਰਬਾਣੀ ਦੇ ਵਿੱਚ ਰਾਤ ਦੇ 4 ਪਹਿਰਾਂ ਦਾ ਤੇ ਦਿਨ ਦੇ 4 ਪਹਿਰਾਂ ਦਾ ਵਰਣਨ ਹੋਇਆ। ਜੀਵਨ ਨੂੰ ਰਾਤ ਦੇ ਇੱਕ ਰੂਪਕ ਦੇ ਵਿੱਚ ਬਿਆਨ ਕਰਕੇ ਗੁਰੂ ਸਾਹਿਬਾਨ ਨੇ ਮਨੁੱਖ ਦੇ ਉਸ ਨੂੰ ਆਪਣੇ ਜੀਵਨ ਬਾਰੇ ਕੁਝ ਖਾਸ ਹਦਾਇਤਾਂ ਕੀਤੀਆਂ ਹਨ। ਸ਼੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਲਿਖਤ 4-4 ਪਹਿਰਾਂ ਦੇ 2 ਜੁਟ ਜਿਹੜੇ ਉਹ ਮਿਲਦੇ ਹਨ। ਪਹਿਲੇ ਪਹਿਰ ਵਿੱਚ ਮਨੁੱਖ ਇੱਕ ਭਰੂਣ ਦੇ ਰੂਪ ਵਿੱਚ ਮਾਂ ਦੀ ਕੁੱਖ ਵਿੱਚ ਵੱਧਦਾ ਵਿਕਸਦਾ ਹੈ। ਦੂਜੇ ਪਹਿਰ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਜਨਮ ਲੈਂਦਾ ਹੈ ਤੇ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਨੂੰ ਪਰਮਾਤਮਾ ਵਿਸਰਦਾ ਜਾਂਦਾ ਹੈ। ਤੀਜੇ ਪਹਿਰ 'ਚੋਂ ਜਵਾਨ ਹੋ ਕੇ ਧਨ ਜਵਾਨੀ ਦੇ ਨਾਲ ਮੋਹ ਕਰਦਾ ਹੈ ਤੇ ਚੌਥੇ ਪਹਿਰ 'ਚ ਬੁੱਢਾ ਹੋ ਕੇ ਮਰ ਜਾਂਦਾ ਹੈ। ਤੇ ਉਸ ਬਾਣੀ ਵਿੱਚ ਪਹਿਰਿਆਂ ਦੇ ਵਿੱਚ ਸਤਿਗੁਰੂ ਜੀ ਨੇ ਇਹ ਦੱਸਿਆ ਕਿ ਜਿਸ ਪ੍ਰਾਣੀ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਮ੍ਰਿਤੂ ਸਮੇਂ ਜਾਂ ਅੰਤਮ ਸਮੇਂ ਉਹਨੂੰ ਪਛਤਾਵਾ ਜ਼ਰੂਰ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਅਜਾਈਂ ਗਵਾ ਲਿਆ। ਅਖੀਰ ਫਿਰ ਜਨਮ ਮਰਨ ਫਿਰ ਤਾਨਿਆਂ ਵਾਲੀ ਅਵਸਥਾ ਦੇ ਵਿੱਚ ਉਹ ਜਾ ਪਹੁੰਚਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਦਾ ਜੋ ਅੰਕ 74 ਹੈ, ਉਹਦੇ ਉੱਤੇ ਮੈਂ ਸਿਰਫ ਥੋੜੀ ਗੱਲ ਆਪ ਜੀ ਨਾਲ ਕਰਾਂਗਾ। ਪਹਿਲੇ ਪਹਿਰੇ ਰਾਇਣ ਕੇ ਬੰਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਬੰਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ। ਇਹ ਪਹਿਲਾ ਪਹਿਰ ਗਰਭ ਦੇ ਵਿੱਚ ਭਰੂਣ ਬਣ ਕੇ ਜਦੋਂ ਹੁੰਦਾ। ਦੂਜੇ ਪਹਿਰੇ ਰਹਿਣ ਕੇ ਬੰਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਧਿਆਨ ਟੁੱਟ ਜਾਂਦਾ ਹੈ।
ਹੱਥੋਂ ਹੱਥ ਨਚਾਈਏ ਬੰਜਾਰਿਆ ਮਿੱਤਰਾ, ਜੋ ਜਿਸ ਦਾ ਘਰ ਕਾਨ। ਬੱਚੇ ਦੀ ਅਵਸਥਾ ਨੂੰ ਬਿਆਨ ਕੀਤਾ। ਤੀਜੇ ਪਹਿਰੇ ਰਹਿਣ ਕੇ ਬੰਜਾਰਿਆ ਮਿੱਤਰਾ, ਧਨ ਜੋਬਨ ਸੁਚਿਤ। ਹਰ ਕਾ ਨਾਮ ਨਾ ਚੇਤ ਹੀ ਬੰਜਾਰਿਆ ਮਿੱਤਰਾ, ਬੱਧਾ ਛੁੱਟੇ ਜਿੱਤ। ਹੁਣ ਉਹ ਜਵਾਨੀ ਦੀ ਗੱਲ, ਜੋਬਨ ਦੀ ਗੱਲ ਕੀਤੀ। ਇੱਕ ਐਸਾ ਸਮਾਂ ਜਦੋਂ ਬੰਦਾ ਸੋਚਦਾ ਵੀ ਸਭ ਕੁਝ ਮੈਂ ਹੁਣੇ ਕਰ ਲੈਣਾ ਹੈ। ਧਨ ਜੋਬਨ, ਮਾਂ, ਪਰਿਵਾਰ, ਹਰ ਚੀਜ਼ ਦਾ ਉਹਦਾ ਬਸ ਸਾਰਾ ਖਿਆਲ ਉਧਰ ਹੀ ਲੱਗ ਜਾਂਦਾ ਹੈ। ਤੇ ਚੌਥੇ ਪਹਿਰੇ ਰਹਿਣ ਕੇ ਬੰਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਜਾਂ ਜੰਮ ਪਕੜ ਚਲਾਇਆ ਬੰਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਕਿਸੇ ਨੂੰ ਨਹੀਂ ਪਤਾ ਉਹਨੇ ਕਿੱਥੇ ਚਲਾ ਗਿਆ। ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਸਰੀਰ ਦੇ ਨਾਲ, ਅਸਲ 'ਚ ਮਨੁੱਖ ਸਰੀਰ ਤੱਕ ਸੀਮਤ ਨਹੀਂ ਹੈ। ਸਾਡੇ ਕੁਝ ਵਿਚਾਰਵਾਨ ਇਹ ਗੱਲ ਵੀ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਬਸ ਸਰੀਰ ਤੇ ਮਨ ਤੱਕ ਸੀਮਤ ਹੈ। ਪਰ ਗੁਰਬਾਣੀ ਦੇ ਵਿੱਚੋਂ ਜਦੋਂ ਥੋੜੀ ਜਿਹੀ ਸਮਝ ਆਉਂਦੀ ਹੈ ਜਾਂ ਅਸੀਂ ਸਮਝਣ ਦਾ ਯਤਨ ਕਰਦੇ ਹਾਂ, ਤਾਂ ਇਹ ਜਿਹੜੀ ਜੋਤ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ, ਜਿਹਨੂੰ ਦੂਜੇ ਰੂਪ ਵਿੱਚ ਅਸੀਂ ਆਤਮਾ ਕਹਿ ਦਿੰਦੇ ਹਾਂ, ਉਹਦੀ ਹੋਂਦ ਵੀ ਮੰਨੀ ਗਈ ਹੈ। ਤੇ ਉਹ ਜਿਹੜੀ ਚੀਜ਼ ਕਿਸੇ ਨਾਲ ਮਿਲਿਆ ਭੇਦ ਹੈ, ਉਹ ਉਸ ਬਾਰੇ ਜ਼ਿਕਰ ਕੀਤਾ। ਇੱਥੇ ਮਨ ਦਾ ਜ਼ਿਕਰ ਨਹੀਂ ਹੈ। ਮਨ ਸਰੀਰ ਦੇ ਨਾਲ ਇਸੇ ਸੋਚ ਦੇ ਵਿੱਚੋਂ ਹੀ ਉਪਜਿਆ ਤੇ ਇੱਥੇ ਇਹਦੀਆਂ ਸੋਚਾਂ ਮੁੱਕ ਜਾਂਦੀਆਂ ਨੇ। ਪਰ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਆਪਾਂ ਨੂੰ ਵਜਾਇਆ ਬਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਅੱਗੇ ਹੈ ਗੁਰਦੁਆਰੇ ਲਾਏ ਭਾਵਨੀ। ਉਹਨੂੰ ਸਮਝ ਆਉਂਦੀ ਹੈ ਇਹ ਚੀਜ਼ ਕੀ ਹੈ। ਇੱਕ ਨਾ 10ਵਾਂ ਦੁਆਰ ਦਿਖਾਇਆ ਦਾ ਮਤਲਬ ਇਹ ਹੈ, ਮਿਲਾਪ ਦੀ ਅਵਸਥਾ ਹੈ। ਉੱਥੋਂ ਸਮਝ ਆਉਂਦੀ ਆਤਮਾ ਦੀ ਹੋਂਦ ਕੀ ਹੈ। ਇਹ ਚੌਥੇ ਪਹਿਰ ਦੀ ਗੱਲ ਜਦੋਂ ਗੁਰੂ ਪਾਤਸ਼ਾਹ ਨੇ ਕੀਤੀ ਹੈ, ਉਹ ਹੈ ਕਿਸੇ ਨਾਲ ਮਿਲਿਆ ਭੇਦ। ਉਹ ਨਹੀਂ ਪਤਾ ਕਿੱਥੇ ਜੋਤ ਜੋਤੀ ਵਿੱਚ ਸਮਾਈ, ਜਾਂ ਪਰਮ ਪਿਤਾ ਪਰਮੇਸ਼ਰ ਨੇ ਆਪਣੀ ਮਰਜ਼ੀ ਮੁਤਾਬਕ ਉਹਨੂੰ ਜਨਮ ਮਰਨ ਫਿਰ ਤਾਨਿਆਂ ਵਿੱਚ ਪਾ ਲਿਆ। ਇਹ ਉਹੀ ਜਾਣਦਾ ਹੈ। ਭੇਦ ਕਿਸੇ ਨੂੰ ਨਹੀਂ ਪਤਾ, ਕੋਈ ਸਮਝ ਵੀ ਨਹੀਂ ਸਕਿਆ। ਗਰਭਾਸ ਵਿੱਚ ਆਉਂਦਾ ਹੈ ਤੇ ਇਹ ਉਸ ਤੋਂ ਬਾਅਦ ਬਚਪਨ ਆਉਂਦਾ, ਫਿਰ ਜਵਾਨੀ ਤੇ ਬੁਢਾਪੇ ਤੋਂ ਬਾਅਦ ਖੇਡ ਖਤਮ ਹੋ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਵੀ ਇਹ ਪਹਿਰਾ ਜਿਹੜਾ ਪਹਿਰੇ ਕਾਵ ਸਰਲੇਖ ਦੇ ਹੇਠ ਮਨੁੱਖੀ ਜੀਵਨ ਦੀਆਂ ਇਹਨਾਂ ਅਵਸਥਾਵਾਂ ਨੂੰ ਬਿਆਨ ਕੀਤਾ ਹੈ। ਆਪ ਜੀ ਉਹਦੇ ਚ ਕਹਿੰਦੇ ਨੇ, ਪਹਿਲੇ ਪਹਿਰ ਦੇ ਵਿੱਚ ਜੀਵ ਮਾਤਾ ਦੀ ਕੁੱਖ ਚ ਆਉਂਦਾ ਹੈ। ਦੂਜੇ ਪਹਿਰ ਵਿੱਚ ਮਨੁੱਖ ਪਰਮਾਤਮਾ ਨੂੰ ਛੱਡ ਕੇ ਮਾਤਾ ਪਿਤਾ ਪਤਨੀ ਆਦਿ ਦੇ ਪ੍ਰੇਮ ਵਿੱਚ ਪੈ ਜਾਂਦਾ ਹੈ। ਤੀਜੇ ਪਹਿਰ ਵਿੱਚ ਘਰ-ਬਾਰ ਦੇ ਜੰਜਾਲਾਂ ਧੰਦਿਆਂ ਵਿੱਚ ਫਸ ਜਾਂਦਾ ਹੈ। ਤੇ ਚੌਥੇ ਪਹਿਰ ਦੇ ਵਿੱਚ ਚੱਲਣ ਦਾ ਮਰਨ ਦਾ ਸਮਾਂ ਨੇੜੇ ਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਰਿਆਂ ਦੇ ਵਿੱਚ ਵੀ ਮਨੁੱਖੀ ਜੀਵਨ ਦੀਆਂ 4 ਅਵਸਥਾ ਨੂੰ ਵਰਣਨ ਕੀਤਾ ਹੈ। ਉਹ ਵੀ ਲਿਖਦੇ ਨੇ, ਪਹਿਲੇ ਪਹਿਰ ਵਿੱਚ ਜੀਵ 9 ਮਹੀਨੇ ਮਾਤਾ ਦੀ ਕੁੱਖ ਚ ਰਿਹਾ। ਦੂਜੇ ਪਹਿਰ ਚ ਜਵਾਨੀ ਦਾ ਚਿੱਤਰ ਪੇਸ਼ ਕੀਤਾ ਉਹਨਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ। ਤੇ ਚੌਥੇ ਇੱਕ ਐਸੀ ਉਮਰ ਆਉਂਦੀ ਹੈ ਜਦੋਂ ਬੁਰੇ ਭਲੇ ਦੀ ਪਛਾਣ ਵੀ ਨਹੀਂ ਉਹਨੂੰ ਰਹਿੰਦੀ, ਮਨ ਵਿੱਚ ਹੰਕਾਰ ਹੀ ਹੰਕਾਰ ਹੁੰਦਾ। ਉਹਨੂੰ ਜਵਾਨੀ ਦੂਜੇ ਪਹਿਰ ਦੀ ਗੱਲ ਕੀਤੀ ਹੈ। ਦੂਜੇ ਪਹਿਰ ਵਿੱਚ ਜਦੋਂ ਮਨੁੱਖ ਜਵਾਨੀ ਦਾ ਚਿੱਤਰ ਦਾ ਪੇਸ਼ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਦੂਜੇ ਪਹਿਰੇ ਰਹਿਣ ਕੇ ਬੰਜਾਰਿਆ ਮਿੱਤਰਾ, ਭਰ ਜਵਾਨੀ ਲਹਿਰੀ ਦੇ। ਬੁਰਾ ਭਲਾ ਨਾ ਪਛਾਣੀ ਬੰਜਾਰਿਆ ਮਿੱਤਰਾ, ਮਨ ਮਾਤਾ ਅਹੰਮੇ। ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ। ਪੂਰਾ ਸਤਿਗੁਰ ਕਹੂੰ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ। ਧਰਮ ਰਾਏ ਜਬ ਪਗਰਸ ਬਬਰੇ, ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਭਰ ਜੋਬਨ ਲਹਿਰੀ ਦੇ। ਇਹ ਦੂਜੇ ਪਹਿਰ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ। ਗੁਰੂ ਅਰਜਨ ਸਾਹਿਬ ਜੀ ਨੇ ਤੀਜੇ ਪਹਿਰੇ ਦੀ ਗੱਲ ਕੀਤੀ। ਉੱਥੇ ਪਰਿਵਾਰ ਦੇ ਮੋਹ 'ਚ ਫਸ ਕੇ ਮਾਇਆ ਦੇ ਪਿੱਛੇ ਭਟਕਣਾ ਦੀ ਗੱਲ ਕੀਤੀ। ਪ੍ਰਭੂ ਤੋਂ ਬੇਮੁਖ ਹੋਣ ਦੀ ਗੱਲ ਕੀਤੀ। ਸਾਧ ਸੰਗਤ ਵਿੱਚ ਨਾ ਜਾਣ ਦੀ ਗੱਲ ਕੀਤੀ। ਆਵਾਗਮਨ ਦੇ ਚੱਕਰ ਦੇ ਵਿੱਚ ਫਸਣ ਦੀ ਗੱਲ ਕੀਤੀ। ਤੇ ਚੌਥੇ ਪਹਿਰੇ ਮੌਤ ਦਾ ਸਮਾਂ ਜਿਹੜਾ ਹੈ ਉਹ ਨੇੜੇ ਆ ਜਾਂਦਾ ਹੈ। ਤਾਂ ਇਹਨਾਂ ਪਹਿਰਿਆਂ ਦਾ ਰਿਜ਼ਲਟ ਕੱਢਦੇ ਹੋਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਸਮੇਂ ਪ੍ਰਭੂ ਵੱਲੋਂ ਜਾਣ ਦਾ ਹੁਕਮ ਮਿਲਦਾ ਹੈ, ਉਸ ਵਕਤ ਪ੍ਰਭੂ ਦੀ ਮਨੁੱਖ ਨੂੰ ਸੰਸਾਰ ਛੱਡ ਕੇ ਜਾਣਾ ਪੈਂਦਾ ਹੈ। ਇੱਕ ਪਲ ਵੀ ਹੋਰ ਸਮਾਂ ਨਹੀਂ ਮਿਲਦਾ। ਮਨਮੁਖ ਜਿਹੜੇ ਲੋਕ ਨੇ ਉਹ ਆਵਾਗਮਨ ਦੇ ਵਿੱਚ ਪੈ ਜਾਂਦੇ ਹਨ, ਤੇ ਗੁਰਮੁਖ ਜਿਹੜੇ ਹਨ
ਉਹ ਆਪਣੇ ਨਿਜ ਘਰ ਵੀ ਚਲੇ ਜਾਂਦੇ ਨੇ। ਭਾਵ ਅੱਜ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਦੁਨੀਆ 'ਚ ਮਨੁੱਖੀ ਸਰੀਰ ਇੱਕ ਕਰਮ ਕਮਾਉਣ ਵਾਲੀ ਥਾਂ ਹੈ, ਕਰਮ ਕਮਾਉਣ ਵਾਲੀ ਖੇਤੀ ਹੈ। ਵਿਅਕਤੀ ਜਿਹੋ ਜਿਹੇ ਕੰਮ ਕਰਦਾ ਹੈ, ਉਹੋ ਜਿਹਾ ਫਲ ਉਹ ਖਾਂਦਾ ਹੈ, ਉਹੋ ਜਿਹਾ ਫਲ ਉਹਨੂੰ ਮਿਲਦਾ ਹੈ। ਪਰਮਾਤਮਾ ਦੇ ਭਗਤ ਜਿਹੜੇ ਹਨ, ਪ੍ਰਭੂ ਦੇ ਦਰਬਾਰ ਵਿੱਚ ਪੂਰਾ ਮਾਨ ਸਨਮਾਨ ਜਿਹਨੂੰ ਅਸੀਂ ਕਹਿੰਦੇ ਹਾਂ। ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਅਸੀਂ ਪੜ੍ਹਦੇ ਹਾਂ ਸਦ ਬਾਣੀ ਬਾਬਾ ਸੁੰਦਰ ਜੀ ਦੀ ਲਿਖੀ, ਉਹਦੇ 'ਚ ਗੁਰੂ ਅਮਰਦਾਸ ਬਾਰੇ ਵੀ ਲਿਖ ਗਿਆ, ਮਿਤ ਪਹਿਜੇ ਮਿਤ ਵਿਕਸੇ ਜੇ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਬਹੁਤ ਭਾਈਓ ਸਤਿਗੁਰੂ ਪਹਿਨਾਵੇ। ਉਹਦੇ 'ਚ ਵੀ ਗੱਲ ਕੀਤੀ ਗਈ ਹੈ ਵੀ ਮਾਨ, ਜੇ ਮਾਨ ਮਿਲਦਾ, ਮਾਨ ਮਤਲਬ ਪਰਮਾਤਮਾ, ਉੱਥੇ ਕੋਈ ਸਰੀਰਕ ਤੌਰ ਤੇ ਮਾਨ ਨਹੀਂ ਮਿਲਦਾ। ਮਾਨ ਇਹੋ ਹੀ ਹੈ ਕਿ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ, ਆਨੰਦ ਮਾਣਦੀ ਹੈ ਤੇ ਆਪਣੇ ਪਰਮ ਪਿਤਾ ਪਰਮੇਸ਼ਰ ਦੇ ਦਰਗਾਹ ਦਾ ਜੋ ਉਸ ਪਰਮ ਪਿਤਾ ਪਰਮੇਸ਼ਰ ਦਾ ਜੋ ਆਨੰਦ ਹੈ ਉਹ ਪ੍ਰਾਪਤ ਕਰ ਲੈਂਦੀ ਹੈ। ਤਾਂ ਉਹਦੇ 'ਚ ਸਤਿਗੁਰੂ ਜੀ ਨੇ ਇਹ ਜਿਹੜਾ ਲਿਖਿਆ, ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ, ਆਇਆ ਗੋਬਿੰਦ ਕਾ ਬੰਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਬੰਜਾਰਿਆ ਮਿੱਤਰਾ, ਉਹਨੇ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ, ਜਿਨੀ ਪੂਰਾ ਸਤਿਗੁਰੂ ਸੇਵਿਆ ਛੇ ਦਰਗਾਹ ਸਦਾ ਸੁਹੇਲੇ, ਕਰਮ ਧਰਤੀ ਸਰੀਰ ਜੋਗੰਤਰ ਜੋ ਬੋਵੇ ਸੋ ਖਿਆਤ, ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ। ਇਹ ਵਿਚਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ। ਤੋ ਗੱਲ ਸਿਰਫ ਇੰਨੀ ਹੈ, ਪਹਿਰ ਦਾ ਸਮਝਾਉਣ ਦਾ ਸਿਰਫ ਇੱਕ ਤਰੀਕਾ ਸੀ, ਸਿਰਲੇਖ ਸੀ। ਲੋਕੀ ਸਮਿਆਂ ਦੀ ਵੰਡ ਪਹਿਰਿਆਂ ਦੇ ਮੁਤਾਬਕ ਕਰਦੇ ਸਨ, ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨਾਂ ਪਹਿਰਿਆਂ ਦੀ ਵੰਡ ਜਿਹੜੀ ਸੀ ਇਸ ਢੰਗ ਨਾਲ ਕਰ ਦਿੱਤੀ। ਤੋ ਇਹ ਤਿੰਨ ਤਰ੍ਹਾਂ ਦੇ ਮੈਂ ਬੇਨਤੀ ਕੀਤੀ ਹੈ ਪਹਿਰੇ ਮਿਲਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਮਹਾਰਾਜ ਦੇ। ਤੇ ਤੁਖਾਰੀ ਵਿੱਚ ਗੁਰੂ ਨਾਨਕ ਸਾਹਿਬ ਨੇ ਪਹਿਰੇ ਸ਼ੰਤਰੂ ਵਿੱਚ ਉਚਾਰੇ ਨੇ, ਜਿੱਥੇ ਜੀਵ ਆਤਮਾ ਨੂੰ ਇਸਤਰੀ ਕਹਿ ਕੇ ਸੰਬੋਧਨ ਕੀਤਾ ਗਿਆ, ਜਦਕਿ ਜਿਹੜੇ ਪਹਿਲੇ ਦੋ ਪਹਿਰੇ ਨੇ ਉਹਨਾਂ 'ਚ ਬੰਜਾਰਾ ਲਫ਼ਜ਼ ਕਹਿ ਕੇ ਜੀਵ ਆਤਮਾ ਨੂੰ ਸੰਬੋਧਨ ਜਿਹੜਾ ਹੈ ਉਹ ਕੀਤਾ ਗਿਆ। ਇਹ ਪਹਿਰੇ ਦਾ ਸਾਡਾ ਜੀਵਨ ਦੇ ਪਹਿਰ ਹਨ, ਜਿਨ੍ਹਾਂ ਪਹਿਰਾਂ ਵਿੱਚ ਅਸੀਂ ਪਰਮ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ ਕਰ ਸਕਦੇ। ਫਿਰ ਲਫ਼ਜ਼ ਪੱਟੀ ਆਉਂਦਾ ਹੈ। ਭਾਰਤੀ ਸਾਹਿਤ ਵਿੱਚ ਵਰਣਮਾਲਾ ਆਸਰੇ ਕਾਵਿ ਰਚਨਾ ਕਰਨ ਦਾ ਰਿਵਾਜ ਬੜਾ ਪੁਰਾਣਾ ਹੈ। ਕਈ ਕਿਸਮ ਦੀਆਂ ਰਚਨਾਵਾਂ, 52 ਅੱਖਰੀ, 52, ਪੱਟੀ, 35 ਅੱਖਰੀ, ਇਹ ਸਾਨੂੰ ਮਿਲਦੀਆਂ ਹਨ। ਗੁਰੂ ਨਾਨਕ ਸਾਹਿਬ ਨੇ ਪੱਟੀ ਦਾ ਕਾਵਿ ਰੂਪ ਜਿਹੜਾ ਹੈ ਉਹ ਲਿਖਿਆ ਹੈ। ਜਿਹੜੇ 35 ਅੱਖਰਾਂ ਦੀ ਅਸੀਂ ਗੱਲ ਕਰ ਸਕਦੇ ਹਾਂ, ਗੁਰਮੁਖੀ ਦੇ 35 ਅੱਖਰਾਂ ਦੇ ਆਧਾਰ ਤੇ ਉਹ ਪੱਟੀ ਲਿਖੀ ਹੈ। ਆਸਾ ਰਾਗ ਵਿੱਚ 35 ਛੰਦਾਂ ਦੀ ਇੱਕ ਰਚਨਾ ਹੈ ਪੱਟੀ। ਪੱਟੀ ਅਸਲ ਵਿੱਚ ਜਿਹਨੂੰ ਅਸੀਂ ਪੰਜਾਬੀ 'ਚ ਫੱਟੀ ਵੀ ਕਹਿ ਦਿੰਦੇ ਸਾਂ, ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਉਹ ਫੱਟੀਆਂ ਮਿਲਦੀਆਂ ਸੀ, ਜਿਹਨੂੰ ਗਾਚਣੀ ਦੇ ਨਾਲ ਏਦਾਂ ਪੋਚਾ ਲਾ ਕੇ ਤੇ ਉਹਦੇ ਉੱਤੇ ਲਿਖਾਈ ਕੀਤੀ ਜਾਂਦੀ ਸੀ, ਗਾਚੀ ਦੇ ਨਾਲ ਪੋਚ ਕੇ ਤਾਂ ਉਹਨੂੰ ਲਿਖਿਆ ਜਾਂਦਾ ਸੀ। ਉਹਨੂੰ ਤਖਤੀ ਵੀ ਕਹਿੰਦੇ ਨੇ, ਲੱਕੜ ਦੀ ਇੱਕ ਤਖਤੀ ਵੀ ਕਿਹਾ ਜਾਂਦਾ ਸੀ, ਉਹਨੂੰ ਪੱਟੀ ਕਿਹਾ ਜਾਂਦਾ ਸੀ, ਲਿਖਣ ਵਾਲੀ ਥਾਂ। ਜਿਸ ਅਧਿਆਪਕ ਜਿਹੜਾ ਹੁੰਦਾ ਸੀ ਪੱਟੀ ਦੇ ਉੱਤੇ ਪਹਿਲਾਂ ਆਪ ਵੀ ਲਿਖ ਕੇ ਦਿੰਦਾ ਸੀ, ਪੂਰਨੇ ਪਾ ਦਿੰਦਾ ਸੀ, ਤਾਂ ਕਿ ਜਿਹੜਾ ਨਵਾਂ ਸਿਖਿਆਰਥੀ ਹੈ ਜਾਂ ਸਿਖਾਂਦਰੂ ਹੈ ਜਾਂ ਨਵਾਂ ਹੈ, ਉਹਦੀ ਨਕਲ ਕਰਕੇ ਉਹ ਅੱਖਰ ਪੱਕੇ ਕਰ ਲਵੇ। ਜਿਵੇਂ ਅੱਜ ਕੱਲ੍ਹ ਅਸੀਂ ਆਮ ਪੇਪਰਾਂ ਦੇ ਉੱਤੇ ਲਿਖਦੇ ਹਾਂ, ਉਦੋਂ ਪੱਟੀ ਲਿਖਣ ਦਾ ਰਿਵਾਜ ਹੁੰਦਾ ਸੀ। ਇਸੇ ਤੋਂ ਵਰਣਮਾਲਾ ਦਾ ਨਾਮ ਜਿਹੜਾ ਸੀ ਉਹ ਪੱਟੀ ਪੈ ਗਿਆ। ਸੋ ਸਾਹਿਤ ਵਿੱਚ ਪੱਟੀ ਉਹ ਕਾਵਿ ਰੂਪ ਹੈ ਜਿਸ ਵਿੱਚ ਗੁਰਮੁਖੀ ਵਰਣਮਾਲਾ ਦੇ ਆਧਾਰ ਦੇ ਉੱਤੇ ਕੋਈ ਕਵਿਤਾ ਲਿਖੀ ਜਾਵੇ। ਸਾਹਿਤ ਵਿੱਚ ਪੱਟੀ ਉਹਨੂੰ ਕਹਿੰਦੇ ਨੇ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਜੀ ਦੀਆਂ ਲਿਖੀਆਂ ਦੋ ਪੱਟੀਆਂ ਮਿਲਦੀਆਂ ਹਨ। ਜੇ ਅਸੀਂ ਦੇਖਦੇ ਹਾਂ ਤਾਂ ਗੁਰੂ ਅਮਰਦਾਸ ਜੀ ਦੀ ਮਿਲਦੀ ਹੈ, ਗੁਰੂ ਨਾਨਕ ਸਾਹਿਬ ਦੀ ਪੱਟੀ ਮਿਲਦੀ ਹੈ। ਆਮ ਤੌਰ ਤੇ ਜਨਮ ਸਾਖੀਆਂ ਵਾਲਿਆਂ ਨੇ ਤੇ ਬੜਾ ਵਧਾਕ ਚਾ ਕੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਜਦੋਂ ਪਾਂਧੇ ਦੇ ਕੋਲ ਵਿਦਿਆ ਲੈਣ ਲਈ ਗਏ ਤਾਂ ਉੱਥੇ ਪੱਟੀ ਉਚਾਰੀ, ਪੱਟੀ ਦਾ। ਪਰ ਅਸੀਂ ਇਹ ਗੱਲ ਸਮਝਣੀ ਹੈ ਕਿ ਇਹ ਪੱਟੀ ਦਾ ਵਿਸ਼ਾ ਜਿਹੜਾ ਹੈ ਉਹ ਗਿਆਨ ਦੀ ਪ੍ਰਾਪਤੀ ਦਾ ਯਤਨ ਹੈ, ਜਿਸ ਨਾਲ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਸਕੇ। ਤੋ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਪੱਟੀ ਜਿਹੜੀ ਹੈ 52 ਅੱਖਰੀ ਵਾਂਗ ਇਹਨਾਂ ਬਾਣੀਆਂ 'ਚ ਵਰਣਮਾਲਾ ਦੇ
ਵੱਖ-ਵੱਖ ਵਰਨਾਂ ਨੂੰ ਕਾਵਿ ਪੰਕਤੀਆਂ ਦੇ ਆਰੰਭ 'ਚ ਰੱਖ ਕੇ ਅਰਥ ਜਿਹੜੇ ਹਨ ਉਹ ਸਮਝਾਏ ਗਏ ਹਨ। ਗੁਰੂ ਨਾਨਕ ਦੇਵ ਜੀ ਦੀ ਰਚਿਤ ਪੱਟੀ ਦੇ ਕੁੱਲ 35 ਪਦੇ ਮੈਂ ਦੱਸਿਆ ਹੈ। ਗੁਰਮੁਖੀ ਵਰਣਮਾਲਾ ਨੂੰ 35 ਅੱਖਰਾਂ ਜਾਂ 35 ਵੀ ਕਿਹਾ ਜਾਂਦਾ ਸੀ, ਕਿਉਂਕਿ ਇਹਦੇ 35 ਅੱਖਰ ਸਨ। ਪੱਟੀ ਵਿੱਚ ਜਿਹੜੇ ਅੱਖਰਾਂ ਦੀ ਤਰਤੀਬ ਹੈ ਉਹ ਸਾਨੂੰ ਗੁਰਬਾਣੀ ਦੇ ਵਿੱਚ ਜਿਹੜੀ ਆਈ ਹੈ ਸੱਸੇ ਤੋਂ ਸ਼ੁਰੂ ਹੁੰਦੀ ਹੈ। ਸੱਸਾ ਏੜੀ ਊੜਾ ਅੰਗ ਕੱਕਾ ਖੱਖਾ ਗੱਗਾ ਘੱਗਾ ਚੱਚਾ ਛੱਚਾ ਜੱਜਾ ਝੱਜਾ ਨਹੀਂ ਹੈ ਤਰਗੇ ਉਸੇ ਤਰ੍ਹਾਂ ਅੱਖਰ ਜਿਹੜੇ ਹਨ ਆਉਂਦੇ ਹਨ। ਇਸ ਬਾਣੀ ਦੀਆਂ ਜਿਹੜੀ ਰਹਾਉ ਦੀਆਂ ਪੰਕਤੀ ਹੈ ਤੇ ਗੁਰੂ ਸਾਹਿਬ ਜੀ ਨੇ ਬੜੀ ਸਪਸ਼ਟ ਗੱਲਾਂ ਕੀਤੀਆਂ। ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਉਸੇ ਵਿਅਕਤੀ ਨੂੰ ਹੀ ਪੜ੍ਹਿਆ ਲਿਖਿਆ ਮੰਨਿਆ ਜਾ ਸਕਦਾ ਹੈ ਜੋ ਪ੍ਰਭੂ ਦੀ ਦਰਗਾਹ ਵਿੱਚ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇ ਸਕਦਾ। ਭਾਵ ਜਦੋਂ ਇਹ ਸਮਾਂ ਜੀਵਨ ਨੂੰ ਖਤਮ ਹੋ ਜਾਣਾ ਹੈ ਉਦੋਂ ਉਹ ਪਰਮ ਪਿਤਾ ਪਰਮੇਸ਼ਰ ਦੇ ਨਾਲ ਅਭੇਦ ਹੋਣ ਦੀ ਗੱਲ ਕਰੇ। ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੇ ਵੀਰਾ ਤੋਂ ਪੜਿਆ। ਜਬ ਲੇਖਾ ਦੇਵੇ ਵੀਰਾ ਤੋਂ ਪੜਿਆ, ਵੀ ਉਹ ਪੜਿਆ ਉਹੀ ਜਾਂਦਾ ਜਿਹੜਾ ਪ੍ਰਵਾਨ ਹੋ ਜਾਂਦਾ ਹੈ। ਉਹ ਪੜ੍ਹਾਈ ਦਾ ਕੀ ਲਾਭ ਹੈ ਜਿਸ ਪੜ੍ਹਾਈ ਦੇ ਵਿੱਚੋਂ ਜੀਵਨ ਦੀ ਘਾਟ ਨਾ ਘੜੀ ਜਾਵੇ। ਉਸ ਪੜ੍ਹਾਈ ਦਾ ਕੀ ਲਾਭ ਹੈ ਜਿਹਦੇ ਵਿੱਚੋਂ ਆਚਰਨ ਉੱਚਾ ਨਾ ਹੋਵੇ। ਉਸ ਪੜ੍ਹਾਈ ਦਾ ਕੀ ਲਾਭ ਹੈ ਜੇ ਰਿਸ਼ਵਤ ਲੈਣ ਦਾ ਸੁਭਾਅ ਨਾ ਬਦਲਿਆ। ਉਸ ਪੜ੍ਹਾਈ ਦਾ ਕੀ ਲਾਭ ਹੈ ਜਿਸ ਪੜ੍ਹਾਈ ਦੇ ਵਿੱਚੋਂ ਕਿਸੇ ਨੂੰ ਜੀਵਨ ਨਾ ਦੇ ਸਕੀਏ। ਤਾਂ ਇਹ ਗੁਰੂ ਨਾਨਕ ਸਾਹਿਬ ਜੀ ਨੇ ਉਹ ਗੱਲਾਂ ਸਾਨੂੰ ਪੱਟੀ ਵਿੱਚ ਵੀ ਸਮਝਾਈਆਂ, ਜੋ ਅੱਖਰਾਂ ਦੀ ਤਰਤੀਬ ਦੇ ਕੇ ਇਹ ਗੱਲਾਂ ਸਮਝਾਈਆਂ। ਗੁਰਮੁਖੀ ਦੇ ਜਿਹੜੇ ਅੱਖਰ ਹਨ ਉਹਨਾਂ ਅੱਖਰਾਂ ਨੂੰ ਇੱਕ ਇੱਕ ਅੱਖਰ ਨੂੰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਾਵਿ ਰੂਪ ਦੇ ਕੇ, ਜਿਵੇਂ ਕੱਕੇ ਕੇਸ ਪੁੰਡਰ ਜਬ ਹੋਏ ਬਿਨ ਸਾਬੂ ਨੇ ਉਜਲਿਆ, ਵੀ ਜਦੋਂ ਕੇਸ ਸਾਬਣ ਤੋਂ ਬਣੇ ਚਿੱਟੇ ਹੋ ਜਾਂਦੇ ਨੇ, ਉਹ ਇੱਕ ਕਿਆ ਦਲੀਲ ਦੀ ਢੰਗ ਹੈ ਗੁਰੂ ਪਾਤਸ਼ਾਹ ਦਾ ਦੱਸਣ ਦਾ। ਖੱਖੇ ਖੁੰਦਕਾਰ ਸ਼ਾ ਆਲਮ ਕਰ ਖਰੀਦ ਜਨ ਖਰਦੀਆ, ਖੱਖੇ ਅੱਖਰ ਤੋਂ ਫਿਰ ਗੰਗੇ ਗੋਏ ਗਾਏ ਜਿਨ ਛੋੜੀ ਗੱਲੀ ਗੋਬਿੰਦ ਗਰਭ ਪਿਆ। ਤੋ ਇਹ ਜਦੋਂ ਵਾਲ ਚ ਪੁੰਡਰ ਦਾ ਹੁੰਦਾ ਚਿੱਟੇ ਹੋ ਜਾਣਾ, ਤੇ ਖੁੰਦਕਾਰ ਦਾ ਹੁੰਦਾ ਖੁਦਾਵੰਦ ਪ੍ਰਮਾਤਮਾ, ਤੇ ਕਰ ਖਰੀਦ ਹੁੰਦਾ ਮਨੁੱਖ ਨੂੰ ਖਰਚਾ ਦੇ ਕੇ ਜਹਾਨ ਦੇ ਵਿੱਚ ਆਪਣੇ ਹੁਕਮ ਅਨੁਸਾਰ ਉਹਨੇ ਭੇਜਿਆ ਸੀ। ਗੋਏ ਗਾਏ ਹਰੀ ਜਸ ਦਾ ਗਾਇਨ ਕਰਨਾ ਛੱਡ ਦਿੱਤਾ। ਤੋ ਇਸ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਮਨੁੱਖ ਲਈ ਇੱਕ ਅਧਿਆਤਮਕ ਪ੍ਰੋਗਰਾਮ ਦ੍ਰਿਸ਼ਟੀ ਗੋਚਰ ਕੀਤਾ ਹੈ। ਆਪਣੇ ਜੀਵਨ ਵਿੱਚ ਉਹ ਕੀ ਕਰੇ ਕੀ ਨਾ ਕਰੇ, ਜੋ ਕਰੇ ਉਹ ਕਿਵੇਂ ਕਰੇ, ਉਹਦਾ ਜੀਵਨ ਕਿਵੇਂ ਚੱਲੇ, ਜੀਵਨ ਦੀ ਘਾਟ ਕਿਵੇਂ ਘੜੀ ਚੱਲੇ, ਕਿਵੇਂ ਘੜੀ ਹੋਵੇ। ਇੱਕ ਆਚਾਰ ਸੰਹਿਤਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਕੋਡ ਆਫ ਕੰਡਕਟ ਜਿਹਨੂੰ ਅਸੀਂ ਕਹਿੰਦੇ ਆ, ਉਹ ਸਾਹਮਣੇ ਲਿਆਂਦਾ ਹੈ। ਇਹਦੇ ਬਾਣੀ ਦੇ ਅਖੀਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਆਪਣੇ ਆਪ ਨੂੰ ਸ਼ਾਇਰ ਦੇ ਨਾਮ ਦੇ ਥੱਲੇ ਇਹ ਗੱਲ ਕਹਿੰਦੇ ਨੇ, ਆਇੜੇ ਆਪ ਕਰੇ ਜਿਨ ਛੋਡੀ, ਜੋ ਕੁਛ ਕਰਨਾ ਸੋ ਕਰ ਰਿਹਾ, ਕਰੇ ਕਰਾਏ ਸਭ ਕਿਛ ਜਾਣੇ, ਨਾਨਕ ਸ਼ਾਇਰ ਇਵ ਕਿਹਾ। ਵੀ ਇਸ ਤਰ੍ਹਾਂ ਕੀਤੀ, ਇਹ ਗੱਲ ਕੀਤੀ। ਇਹ ਗੁਰੂ ਨਾਨਕ ਸਾਹਿਬ ਦੀ ਪੱਟੀ ਹੈ। ਤਾਂ ਗੁਰੂ ਅਮਰਦਾਸ ਜੀ ਦੀ ਪੱਟੀ ਦੇ ਕੁੱਲ 18 ਪਦੇ ਹਨ। ਮਹਿਲਾ ਤੀਜਾ ਦੇ ਸਿਰਲੇਖ ਵਿੱਚ ਜਿਹੜੀ ਆਉਂਦੀ ਹੈ, ਉਹਦੇ ਸ਼ੁਰੂ ਦੇ ਵਿੱਚ ਵਰਣਮਾਲਾ ਦੀ ਜਿਹੜੇ ਸਵਰ ਨੇ ਉਹਨਾਂ ਦੀ ਸੂਚੀ ਜਿਹੜੀ ਹੈ ਦਿੱਤੀ ਗਈ ਹੈ, ਤੇ ਜਿਹੜੇ ਉਹਦੇ ਚ 18 ਤਰਤੀਬ ਦਿੱਤੀ ਗਈ ਹੈ ਉਹ ਸ਼ਸ਼ਾ ਬੱਬਾ ਜੱਜਾ ਤੱਤਾ ਸੱਸਾ ਮੰਮਾ ਕੱਕਾ ਤੱਤਾ ਗੱਗਾ ਘੱਗਾ ਪੱਪਾ ਫੱਫਾ ਵਾਵਾ ਯਈਆ ਝੱਜਾ ਤੱਦਾ ਗੱਗਾ ਤੇ ਹਾਹਾ ਰਾਰਾ ਤੱਤਾ, ਇਸ ਢੰਗ ਨਾਲ ਵੀ ਤਰਤੀਬ ਦਿੱਤੀ ਗਈ ਹੈ। ਇਹ ਬਾਣੀ ਦਾ ਜਿਹੜਾ ਸੰਦੇਸ਼ ਹੈ ਉਹ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਮਿਲਦਾ ਹੈ, ਕਿਉਂਕਿ ਇਹ ਬਾਣੀ ਰਚਨ ਦੇ ਵਿੱਚ ਕੋਈ ਮਨੋਰਥ ਅਲੱਗ ਨਹੀਂ ਸੀ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਮਨ ਐਸਾ ਲੇਖਾ ਤੂੰ ਕੀ ਪੜਿਆ, ਦੱਸ ਕੀ ਪੜਿਆ ਤੂੰ, ਕਿਹੜੀ ਪੱਟੀ ਦੀ ਗੱਲ ਕੀਤੀ, ਲੇਖਾ ਤਾਂ ਤੇਰੇ ਸਿਰ ਤੇ ਖੜਾ ਰਿਹਾ। ਭਾਵ ਉਸ ਪੜ੍ਹਾਈ ਦਾ ਗੁਰੂ ਸਾਹਿਬ ਜੀ ਨੇ ਵੀ ਇਹ ਗੱਲ ਸਮਝਾ ਦਿੱਤੀ ਕਿ ਪੜ੍ਹਾਈ ਦਾ ਅਸਲੀ ਮੰਤਵ ਜਿਹੜਾ ਹੈ ਉਹ ਜੀਵਨ ਦੇ ਸ਼ਿੰਗਾਰ ਨਾਲ ਹੈ। ਜਿਹੜਾ ਮਨੁੱਖ ਜਿਹੜੀ ਪੜ੍ਹਾਈ ਪ੍ਰਮਾਤਮਾ ਦੇ ਦਰਬਾਰ ਤੇ ਸੁਰਖਰੂ ਨਹੀਂ ਕਰ ਸਕਦੀ, ਉਹ ਪੜ੍ਹਾਈ ਲਿਖਾਈ ਦੇ ਅਰਥ ਨਹੀਂ ਰਹਿ ਜਾਂਦੇ। ਸੰਸਾਰਿਕ ਤੌਰ ਦੇ ਉੱਤੇ ਪੜ੍ਹਾਈ ਹੋਰ ਹੈ ਤੇ ਰੱਬ ਦੀ ਮਿਲਾਪ ਦੀ ਪੜ੍ਹਾਈ ਹੋਰ ਹੈ। ਗੁਰੂ ਸਾਹਿਬ ਜੀ ਨੇ ਇਹਨਾਂ ਦੇ
ਇਹ ਅਸਲ ਵਿੱਚ ਵਿਦਿਅਕ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਨੂੰ ਵੀ ਦੱਸਿਆ ਹੈ ਵੀ ਸਾਡੇ ਵਿਦਿਆ ਦੀਆਂ ਕੀ ਕਮਜ਼ੋਰੀਆਂ ਹਨ। ਸਾਡੇ ਅੱਜ ਦੇ ਸਿਸਟਮ ਵਿੱਚ ਇਹ ਜਿਹੜੀ ਪੜ੍ਹਾਈ ਹੈ ਉਹ ਨਾ ਤਾਂ ਲੇਖਾ ਦੇ ਸਕਦੀ ਤੇ ਨਾ ਹੀ ਉਹ ਲੇਖਾ ਦੇਣ ਬਾਰੇ ਚੇਤਨ ਕਰਦੀ ਹੈ। ਸਾਨੂੰ ਤਾਂ ਇੰਨਾ ਹੀ ਪਤਾ ਹੁੰਦਾ ਵੀ ਘੋਟੇ ਲਾ ਲੈਣੇ ਆ। ਜਿਸ ਵਿੱਚ ਸਤਿਗੁਰੂ ਜੀ ਨੇ ਪੱਟੀ ਦੇ ਅਧੀਨ ਆਈਆਂ ਇਹਨਾਂ ਬਾਣੀਆਂ ਦੇ ਵਿੱਚ ਜੋ ਜਿਸ ਸਰਲੇਖ ਤੇ ਜਿਸ ਕਰਕੇ ਬਾਣੀਆਂ ਉਚਾਰਨ ਕੀਤੀਆਂ, ਅੱਜ ਉਹ ਮਕਸਦ ਸਾਡੇ ਪੜ੍ਹਾਈ ਵਿੱਚੋਂ ਅਲੋਪ ਹੋ ਗਿਆ। ਗੁਰੂ ਅਮਰਦਾਸ ਜੀ ਦੀ ਇਹ ਜਿਹੜੀ ਪੱਟੀ ਹੈ ਉਹਦੇ ਵਿੱਚ ਜਦੋਂ ਗੱਲ ਕਰਦੇ ਜੱਜੈ ਜੋਤ ਹਿਰ ਲਈ ਤੇਰੇ ਮੂੜੇ ਅੰਤ ਗਿਆ ਪਛਤਾਵੇਂਗਾ, ਫਿਰ ਕੀ ਕਰੇਗਾ? ਫਿਰ ਕਹਿੰਦੇ ਝੱਜੇ ਕਦੇ ਨਾ ਝੂਰੇ ਮੂੜੇ ਸਤਿਗੁਰ ਦਾ ਵੇਸ਼ ਸੁਣ ਤੂੰ ਵਿਖਾ। ਜੇ ਤੂੰ ਸਤਿਗੁਰ ਦਾ ਵੇਸ਼ ਸੁਣੇ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਝੂਰਾ ਨਹੀਂ ਹੋਏਗਾ। ਤੋ ਪੱਟੀ ਜਿਹੜੀ ਤੀਜਾ ਮਹਿਲਾ ਤੀਜਾ ਸਰਲੇਖ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਲਿਖੀ ਹੈ, ਉਹਦੇ ਚ ਉਹਨਾਂ ਨੇ ਅਖੀਰ ਦੇ ਵਿੱਚ ਪ੍ਰਮਾਤਮਾ ਦੀ ਵਡਿਆਈ ਕੀਤੀ, ਪ੍ਰਮਾਤਮਾ ਦੀ ਮਹਿਮਾ ਕੀਤੀ। ਪ੍ਰਮਾਤਮਾ ਇਕੱਠ ਹੈ, ਪ੍ਰਮਾਤਮਾ ਅਲੱਖ ਹੈ। ਉਹਨੂੰ ਸਤਿਗੁਰ ਦੀ ਸਿੱਖਿਆ ਦੁਆਰਾ ਹੀ ਮਿਲਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ। ਗੁਰਮੁਖ ਵਿਅਕਤੀਆਂ ਦਾ ਲੇਖਾ ਇੱਥੇ ਹੀ ਨਿਬੜ ਜਾਂਦਾ ਹੈ। ਉਹਨਾਂ ਨੂੰ ਜਨਮ ਮਰਨ ਦੀ ਦਰਗਾਹ ਚੱਕਰ ਵਿੱਚ ਨਹੀਂ ਪੈਣਾ ਪੈਂਦਾ, ਝੂਰਨ ਦੀ ਲੋੜ ਨਹੀਂ ਰਹਿੰਦੀ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਤੋ ਇਹ ਸਿਰਫ ਸਮਝਾਉਣ ਦੀ ਗੱਲ ਹੈ। ਗੁਰੂ ਸਾਹਿਬ ਜੀ ਨੇ ਇਹ ਪੱਟੀ ਦੀ ਬਾਣੀ ਤੇ ਦੂਜੀ ਬਾਣੀ ਰਾਹੀਂ ਸਾਨੂੰ ਇਹ ਗੱਲਾਂ ਜਿਹੜੀਆਂ ਹਨ ਉਹ ਸਮਝਾਈਆਂ ਹਨ। ਇਸ ਤੋਂ ਅੱਗੇ ਇੱਕ ਲਫ਼ਜ਼ ਆਉਂਦਾ ਪਦਾ। ਸੰਸਕ੍ਰਿਤ ਦੇ ਵਿੱਚ ਛੰਦਬੱਧ ਰਚਨਾ ਪਦਾ ਹੈ ਤੇ ਇਸ ਤੋਂ ਬਿਨਾਂ ਬਾਕੀ ਨੂੰ ਗਦਾ ਕਿਹਾ ਜਾਂਦਾ ਹੈ। ਸੋ ਪਦਾ ਸ਼ਬਦ ਪਦਿਆ ਤੋਂ ਹੀ ਬਦਲ ਕੇ ਬਣਿਆ ਹੈ। ਜੈਦੇਵ ਜੀ ਦਾ ਰਾਗ ਗੁਜਰੀ ਵਿੱਚ ਆਇਆ ਇੱਕ ਪਦਾ, ਜਿਹਨੂੰ ਸੰਸਕ੍ਰਿਤ ਵਿੱਚ ਗੀਤ ਅਸੀਂ ਕਹਿ ਸਕਦੇ ਹਾਂ, ਜਾਂ ਉਹ ਜੈਦੇਵ ਜੀ ਦਾ ਇੱਕ ਰਚਨਾ ਜਿਹੜੀ ਹੈ ਸੰਸਕ੍ਰਿਤ ਦੇ ਨਾਲ ਉਹਦਾ ਪਦਾ ਸਰਲੇਖ ਨਾਲ ਮਿਲਦਾ ਹੈ। ਜੈਦੇਵ ਜੀ ਦਾ ਪਦਾ ਕਿਉਂਕਿ ਕਾਰਨ ਕੀ ਸੀ ਵੀ ਵੈਸ਼ਨਵ ਲੋਕ ਜਿਹੜੇ ਸਨ ਉਹ ਵਿਸ਼ਨ ਪਦਿਆਂ ਦਾ ਗਾਇਨ ਕਰਦੇ ਸਨ। ਇਸ ਕਰਕੇ ਪਿੱਛੋਂ ਜਾ ਕੇ ਉਹਦੀ ਉਸਤਤੀ ਦੀ ਗੀਤਾਂ ਨੂੰ ਵਿਸ਼ਨ ਪਦੇ ਜਾਂ ਪਦੇ ਆਖਿਆ ਜਾਣ ਲੱਗ ਪਿਆ। ਭਗਤੀ ਲਹਿਰ ਦੇ ਵਿੱਚ ਜਦੋਂ ਭਗਤੀ ਲਹਿਰ ਦਾ ਉਭਾਰ ਹੁੰਦਾ ਹੈ ਤੇ ਇਹ ਉਹਨਾਂ ਦੇ ਉਚਾਰੇ ਹੋਏ ਅਧਿਆਤਮਿਕ ਗੀਤ ਜਿਹੜੇ ਸਨ ਉਹਨਾਂ ਨੂੰ ਵੀ ਪਦੇ ਕਹਿਣ ਲੱਗ ਪਏ, ਪਦੇ ਕਿਹਾ ਜਾਂਦਾ ਸੀ, ਪਦੇ ਅਖਵਾਉਣ ਲੱਗ ਪਏ। ਪਦਾ ਛੰਦ ਦੇ ਇੱਕ ਭਾਗ ਨੂੰ ਵੀ ਕਿਹਾ ਜਾਂਦਾ ਹੈ। ਇਹਦੇ 4 ਪਦੇ ਹਨ, 3 ਭਾਗ ਹਨ। ਛੰਦ ਦੇ ਪੂਰਨ ਨੂੰ ਪਦਾ ਵੀ ਕਿਹਾ ਜਾਂਦਾ ਹੈ। ਇਹਦੇ ਆਧਾਰ ਤੇ ਅੱਗੇ ਇਸਦੇ ਕਈ ਭੇਦ, ਜਿਵੇਂ 2 ਪਦੇ, 3 ਪਦੇ, 4 ਪਦੇ ਤੇ 2 ਬੰਦਾਂ ਵਾਲੇ ਛੰਦ 2 ਪਦੇ, 3 ਵਾਲੇ ਛੰਦ 3 ਪਦੇ ਤੇ 4 ਬੰਦਾਂ ਵਾਲੇ ਛੰਦ 4 ਪਦੇ ਇਹ ਕਹਾਉਂਦੇ ਹਨ। ਇਹਨਾਂ ਦੀ ਜਿਹੜੀ ਵਰਤੋਂ ਗੁਰਬਾਣੀ ਦੇ ਵਿੱਚ ਕਾਫੀ ਜ਼ਿਆਦਾ ਕੀਤੀ ਗਈ ਹੈ, ਜਾਂ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਦੀ ਵਰਤੋਂ ਹੋਈ ਹੈ। ਤਾਂ ਇਹ ਇੱਕ ਕਾਵਿ ਸਰਲੇਖ ਦੇ ਸਮਝਣ ਦੇ ਲਈ ਸਾਨੂੰ ਚੀਜ਼ ਮਿਲਦੀ ਹੈ। ਹੋਰ ਇਹ ਇੱਕ ਛੰਦ ਦੀ ਚਾਲ ਜਾਂ ਛੰਦ ਦਾ ਢੰਗ ਤਰੀਕਾ ਹੈ ਲਿਖਣ ਦਾ, ਜਿਹੜਾ ਇਹਦੇ ਵਿੱਚ ਲਿਖਿਆ ਗਿਆ ਹੈ। ਤੋ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ। ਅਗਲਾ ਸ਼ਬਦ ਜੋ ਆਉਂਦਾ ਹੈ ਉਹ ਹੈ ਪਰਸਰਾਮ। ਪਰਸਰਾਮ ਦਾ ਅਰਥ ਹੈ ਕੁਹਾੜੇ ਵਾਲਾ ਰਾਮ। ਪਰਸਰਾਮ ਜੋ ਕਿ ਬ੍ਰਾਹਮਣ ਰਿਸ਼ੀ ਜਮਦਗਨ ਤੇ ਕਾਮਲੀ ਰੇਣੁਕਾ ਦਾ ਪੁੱਤਰ ਸੀ। ਇੱਕ ਪੁਰਾਣਿਕ ਮਨੌਤ ਹੈ ਕਿ ਇਹ ਵਿਸ਼ਨੂੰ ਦਾ ਅਵਤਾਰ ਸੀ, ਜਿਹਨੇ 21 ਵਾਰ ਖੱਤਰੀਆਂ ਦਾ ਸੰਘਾਰ ਕਰਕੇ ਮਾਰ ਕੇ ਤੇ ਧਰਤੀ ਬ੍ਰਾਹਮਣਾਂ ਦੇ ਹਵਾਲੇ ਕੀਤੀ। ਇਹ ਮੰਨੀ ਜਾਂਦੀ ਮਨੌਤ ਹੈ। ਇਹ ਧਰਤੀ ਬ੍ਰਾਹਮਣਾਂ ਨੂੰ ਦਾਨ ਕਰ ਚੁੱਕਾ ਸੀ, ਇਸ ਲਈ ਆਪ ਇੱਥੇ ਨਿਵਾਸ ਨਹੀਂ ਸੀ ਰੱਖਦਾ, ਆਕਾਸ਼ ਵਿੱਚ ਜਾ ਕੇ ਕਿਤੇ ਵਿਸਰਾਮ ਕਰਦਾ ਸੀ। ਕਿ ਲੰਬੀ ਕਹਾਣੀ ਹੈ ਦਾਨ ਵਾਲੀ, ਮੇਰੇ ਨਾਲੋਂ ਜ਼ਿਆਦਾ ਵੀਰ MP ਸਿੰਘ ਜੀ ਨੂੰ ਆਉਂਦੀ ਹੈ, ਉਹ ਕਦੀ ਵੀ ਸਾਡੇ ਨਾਲ ਸਾਂਝੇ ਕਰ ਦੇਣਗੇ। ਖੱਤਰੀਆਂ ਦੇ ਨਾਲ ਇਹਦਾ ਵਿਰੋਧ ਹੋਣ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਸ ਦੇ ਪਿਤਾ ਜਿਹੜਾ ਜਮਦਗਨ ਨੂੰ ਰਾਜਾ ਸੈਂਸਰ ਬਾਹੂ ਨੇ ਮਾਰ ਦਿੱਤਾ ਸੀ, ਤੇ ਜਦੋਂ ਇਹ ਤਪੱਸਿਆ ਕਰਨ ਪਿੱਛੋਂ ਘਰ ਆਇਆ ਤੇ ਦੀ ਮਾਤਾ ਦੁਹੱਥੜੀ ਪਿੱਟ ਰਹੀ ਸੀ। ਤੇ ਇਸ ਘਟਨਾ ਵੱਲ ਸੰਕੇਤਕ ਲਫ਼ਜ਼ ਕਰਦਿਆਂ ਹੋਇਆ ਗੁਰੂ ਰਾਮਕਲੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਲਿਖਦੇ ਨੇ, ਪਰਸਰਾਮ ਰੋਵੇ ਘਰ ਆਇਆ। ਪਰਸਰਾਮ ਨੇ ਕਿਹਾ ਕਿ ਮੈਂ ਤਾਂ ਬਦਲਾ ਲਵਾਂਗਾ,
ਇਸ ਲਈ ਉਹਨੇ 21 ਵਾਰ ਖੱਤਰੀ ਮਾਰ ਕੇ ਇਹ ਧਰਤੀ ਦੀ ਜਿਹੜੀ ਖੱਤਰੀਆਂ ਤੋਂ ਰਹਿਤ ਕਰ ਦਿੱਤੀ, ਵੀ ਖੱਤਰੀਆਂ ਨੂੰ ਜਿਹੜੇ ਆਇਆ ਉਹਨੂੰ ਖਾਲੀ ਕਰ ਦਿੱਤਾ। 5 ਵੱਡੇ ਤਲਾਬ ਕਹਿੰਦੇ ਨੇ ਉਹਨੇ ਖੂਨ ਦੇ ਨਾਲ ਭਰ ਦਿੱਤੇ, ਤੇ ਪਿੱਛੋਂ ਰਿਸ਼ੀ ਤਰਚੀਕ ਦੇ ਕਹਿਣ ਤੇ ਇਹਨੇ ਕੱਟਾ ਵੱਡੀ ਬੰਦ ਕੀਤੀ ਤੇ ਗੰਧਮਾਦਨ ਪਰਬਤ ਤੇ ਤਪ ਕਰਨ ਚਲਾ ਗਿਆ। ਪਰਸ਼ੁਰਾਮ ਯੋਧਾ ਸੀ, ਬਹਾਦਰ ਸੀ, ਸੂਰਬੀਰ ਸੀ। ਇਹਨੂੰ ਕੁਹਾੜਾ ਕਹਿੰਦੇ ਨੇ ਸ਼ਿਵ ਜੀ ਨੇ ਦਿੱਤਾ ਸੀ। ਇਸ ਕਾਰਨ ਇਹ ਅਸਤਰ ਵਿਦਿਆ ਦੀ ਸਿਖਾਈ ਨੂੰ ਭੀਸ਼ਮ ਨੇ ਨਾਲ ਯੁੱਧ ਵੀ ਇਹ ਵਿਦਿਆ ਵੀ ਸਿਖਾਈ ਤੇ ਭੀਸ਼ਮ ਨਾਲ ਲੜਾਈ ਵੀ ਕੀਤੀ। ਰਮਾਇਣ ਦੇ ਵਿੱਚ ਦਿੱਤੀ ਕਥਾ ਅਨੁਸਾਰ ਜੇ ਰਾਮਚੰਦਰ ਜੀ ਪਰਸ਼ੁਰਾਮ ਦੀ ਸੂਰਬੀਰਤਾ ਉੱਤੇ ਭਾਰੂ ਹੋ ਗਏ। ਜਦੋਂ ਰਾਮ ਨੇ ਸ਼ਿਵ ਜੀ ਦਾ ਧਨੁੱਖ ਤੋੜ ਦਿੱਤਾ ਤਾਂ ਪਰਸ਼ੁਰਾਮ ਨੇ ਗੁੱਸਾ ਬੜਾਇਆ ਤੇ ਇਸਨੇ ਇਹ ਕਹਿ ਕੇ ਮੇਰੇ ਧਨੁੱਖ ਦਾ ਚਿੱਲਾ ਚੜਾ ਕੇ ਦਿਖਾਓ। ਰਾਮਚੰਦਰ ਜੀ ਨੇ ਸਹਿਜੀ ਚਿੱਲਾ 'ਚ ਵੀ ਚੜਾ ਦਿੱਤਾ ਤੇ ਨਾਲ ਹੀ ਤੀਰ ਮਾਰ ਕੇ ਪਰਸ਼ੁਰਾਮ ਦੀ ਆਕਾਸ਼ਗਤੀ ਰੋਕ ਦਿੱਤੀ। ਇੱਥੇ ਭੱਟ ਕਲਸਹਾਰ ਜੀ ਨੇ ਵੀ ਇਹ ਜ਼ਿਕਰ ਕੀਤਾ ਹੈ, ਗਾਵੇ ਜਮਦਗਨ ਪਰਸ਼ੁਰਾਮੇਸ਼ਵਰ ਕਰ ਕੁਠਾਰ ਰੰਗ ਤੇਜ ਹਰਿਓ। ਇਹ ਪੁਰਾਤਨ ਕਥਾਵਾਂ ਦੀ ਗੱਲ ਹੈ, ਉਹ ਕੀਤੀ ਗਈ ਹੈ। ਤੋ ਇਹ ਪਰਸ਼ੁਰਾਮ ਦਾ ਜਿਹੜਾ ਜ਼ਿਕਰ ਆਉਂਦਾ ਹੈ ਗੁਰਬਾਣੀ ਵਿੱਚ, ਉਹ ਇਸੇ ਢੰਗ ਦੇ ਨਾਲ ਹੀ ਥੋੜਾ ਬਹੁਤਾ ਜੋ ਜ਼ਿਕਰ ਹੈ ਉਹ ਆਉਂਦਾ ਹੈ। ਪਰਸ਼ੁਰਾਮ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ ਪਰਸ਼ੁਰਾਮ ਦਾ, ਉਹ ਸਿਰਫ ਇਹ ਜੋ ਚੱਲੀ ਆਉਂਦੀ ਬਨੌਤ ਸੀ ਉਹਦੇ ਮੁਤਾਬਕ ਹੀ ਇਹ ਜਿਹੜਾ ਹੈ ਉਹ ਕੀਤਾ ਗਿਆ ਹੈ, ਨਾ ਕਿ ਕੋਈ ਹੋਰ ਇਹਦਾ ਕੋਈ ਮਕਸਦ ਹੈ ਜਾਂ ਇਹਦਾ ਕੋਈ ਹੋਰ ਭਾਵ ਹੈ ਜਾਂ ਇਸ ਦਾ ਕੋਈ ਹੋਰ ਮਤਲਬ ਹੈ। ਇਹ ਕੁਝ ਵੀ ਨਹੀਂ ਹੈ, ਇਹ ਸਿਰਫ ਇਹ ਦੱਸਿਆ ਗਿਆ ਹੈ ਪਰਸ਼ੁਰਾਮ ਨੂੰ ਜੋ ਚੱਲੀ ਆਉਂਦੀ ਕਥਾਵਾਂ ਸੀ ਉਹ ਦੱਸਿਆ ਗਿਆ। ਇਸ ਤੋਂ ਅੱਗੇ ਲਫ਼ਜ਼ ਹੈ, ਸ਼ਬਦ ਆਉਂਦਾ ਪ੍ਰਸਾਦ। ਪ੍ਰਸਾਦ ਦਾ ਲਫ਼ਜ਼ੀ ਅਰਥ ਹੁੰਦਾ ਕਿਰਪਾ ਜਾਂ ਪਵਿੱਤਰਤਾ। ਗੁਰਬਾਣੀ ਦੇ ਵਿੱਚ ਬਾਰ-ਬਾਰ ਇਹ ਗੱਲ ਦੱਸੀ ਗਈ ਹੈ ਕਿ ਸਾਰਾ ਕੁਝ ਕਰਤਾ ਪਰਮੇਸ਼ਰ ਆਪ ਕਰਨ ਵਾਲਾ ਹੈ, ਮਨੁੱਖ ਕੁਝ ਨਹੀਂ ਕਰ ਸਕਦਾ। ਇਸ ਲਈ ਜਿਹੜੇ ਕਰਮ ਧਰਮ ਕਰਕੇ ਇਹ ਮੁਕਤੀ ਜਾਂ ਪਰਮ ਪਦ ਪਾਉਣਾ ਚਾਹੇ, ਇਹ ਸੰਭਵ ਨਹੀਂ ਹੈ ਜਿੰਨੀ ਦੇਰ ਤੱਕ ਪਰਮਾਤਮਾ ਦਾ ਕਿਰਪਾ ਨਾ ਹੋਵੇ। ਹੁਣ ਆਮ ਤੌਰ ਤੇ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕੀਤਾ ਜਾਂਦਾ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਉੱਤੇ ਡਿਪੈਂਡੈਂਟ ਹੋਣਾ। ਮਨੁੱਖ ਅਸਲ ਵਿੱਚ ਆਪਣੇ ਕਰਮ ਧਰਮ ਦੇ ਵਿੱਚ ਮੁੱਖ ਅਭਿਮਾਨੀ ਹੋ ਜਾਂਦਾ ਹੈ। ਥੋੜਾ ਜਿਹਾ ਵੀ ਇਹ ਕੋਈ ਕਰਮ ਧਰਮ ਕਰੇ, ਜੇ ਉਹਦੇ ਕੋਲ ਪਰਮੇਸ਼ਰ ਦਾ ਭਾਵ ਨਾ ਹੋਵੇ ਜਾਂ ਗੁਰੂ ਦਾ ਡਰ ਨਾ ਹੋਵੇ ਤਾਂ ਉਹ ਅਭਿਮਾਨੀ ਹੋ ਜਾਏਗਾ, ਹੰਕਾਰੀ ਹੋ ਜਾਏਗਾ। ਤੇ ਹੰਕਾਰੀ ਮਨੁੱਖ ਨੂੰ ਕਦੀ ਵੀ ਪਰਮ ਪਿਤਾ ਪਰਮੇਸ਼ਰ ਦੇ ਦਰਬਾਰ ਵਿੱਚ ਜਾਂ ਉਹਦੇ ਨਾਲ ਮਿਲਾਪ ਨਹੀਂ ਹੁੰਦਾ। ਜੇ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਤੇਰੇ ਉਦਮ ਕਰਨਾ ਜ਼ਰੂਰ ਹੈ, ਲੇਕਿਨ ਉਦਮ ਦੇ ਨਾਲ ਇਹ ਸੋਚ ਲੈਣਾ ਕਿ ਮੈਂ ਕਰ ਰਿਹਾ ਹਾਂ, ਇਹ ਗੱਲ ਗੁਰਬਾਣੀ ਨੇ ਨਹੀਂ ਮੰਨੀ। ਉਦਮ ਪਰਮ ਪਿਤਾ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ, ਉਹ ਕਰਾਉਂਦਾ ਤਾਂ ਹੁੰਦਾ ਹੈ। ਭਾਵ ਕੰਮ ਕਰਦਿਆਂ ਆਪਣੇ ਆਪ ਨੂੰ ਸੁਪਰੀਮ ਨਹੀਂ ਸਮਝਣਾ, ਨਿਮਾਣਾ ਸਮਝ ਕੇ ਕੰਮ ਕਰਨਾ, ਨੀਵਾਂ ਸਮਝ ਕੇ ਗੱਲ ਕਰਨੀ। ਅਗਰ ਅਸੀਂ ਪ੍ਰਸਾਦ ਤੋਂ ਵਾਂਝੇ ਹਾਂ, ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੇ, ਤਾਂ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਇਸੇ ਕਰਕੇ ਜਦੋਂ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਪਰਮ ਸੱਤਾ ਦੀ ਪ੍ਰਾਪਤੀ ਦਾ ਢੰਗ ਗੁਰਪ੍ਰਸਾਦ ਦੱਸਿਆ, ਭਾਵ ਗੁਰੂ ਦੀ ਕਿਰਪਾ ਦੁਆਰਾ ਹੀ ਦੱਸਿਆ ਗਿਆ ਹੈ। ਤੋ ਇਸ ਕਰਕੇ ਜਿੱਥੇ ਅਸੀਂ ਸ਼ਰਮ ਖੰਡ ਦੀ ਗੱਲ ਕਰਦੇ ਹਾਂ, ਗਿਆਨ ਖੰਡ ਦੀ ਗੱਲ ਕਰਦੇ ਹਾਂ, ਕਰਮ ਖੰਡ ਦੀ ਗੱਲ ਕਰਦੇ ਹਾਂ, ਇਹ ਬਖਸ਼ਿਸ਼ ਦਾ ਖੰਡ ਹੈ ਜਿਹੜਾ ਪ੍ਰਸਾਦ ਹੈ। ਤੋ ਇਹ ਕਹਿ ਲਈਏ ਕਿ ਸੰਕੇਤਕ ਸ਼ਬਦਾਵਲੀ ਦੇ ਵਿੱਚ ਪਰਮਾਤਮਾ ਦੀ ਕਿਰਪਾ ਨੂੰ ਪ੍ਰਸਾਦ ਕਹਿ ਦਿੱਤਾ ਜਾਂਦਾ ਹੈ। ਇਹਨੂੰ ਪ੍ਰਸ਼ਾਦ ਨਹੀਂ ਕਹਿਣਾ। ਇਹ ਲਫ਼ਜ਼ ਪ੍ਰਸਾਦ ਹੈ, ਜਿਹੜਾ ਕੜਾ ਪ੍ਰਸ਼ਾਦ ਹੈ, ਪਰ ਇਹ ਪ੍ਰਸਾਦ ਹੈ। ਇਹਦਾ ਭਾਵ ਇਹ ਹੈ ਕਿ ਜਗਿਆਸੂ ਇਸ ਵਿਸ਼ਵਾਸ ਦਾ ਧਾਰਨੀ ਬਣੇ ਕਿ ਉਹ ਆਪਣੇ ਕਰਮ ਨਾਲ ਕੁਝ ਹਾਸਲ ਨਹੀਂ ਕਰ ਸਕਦਾ, ਸਭ ਕੁਝ ਕਿਰਪਾ ਜਾਂ ਉਹਦੀ ਪ੍ਰਸਾਦ ਦੇ ਉੱਤੇ ਨਿਰਭਰ ਕਰਦਾ ਹੈ। ਜਿਵੇਂ ਜੇ ਪ੍ਰਸਾਦ ਪਰਮਗਤ ਪਾਵੇਂ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ
ਐਸਾ ਪ੍ਰਭੂ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਸੁਖਮਣੀ ਦੀ ਬਾਣੀ 'ਚ ਇਹ ਗੱਲ ਆਉਂਦੀ ਹੈ। ਤਾਂ ਸੁਖਮਣੀ ਦੀ ਬਾਣੀ ਦੇ ਵਿੱਚੋਂ ਜੇ ਪ੍ਰਸਾਦ ਪੂਰੀ ਪੌਲ ਇੱਕ ਅਸ਼ਟਪਦੀ ਹੈ, ਉਹ ਜਿਹੜੇ ਲਿਖੀ ਗਈ ਹੈ। ਅਗਲਾ ਸ਼ਬਦ ਅਸੀਂ ਗੱਲ ਕਰਦੇ ਹਾਂ ਪ੍ਰਤੀਕ, ਸਿੰਬਲ। ਪ੍ਰਤੀਕ ਸ਼ਬਦ ਦੀ ਵਿਉਤਪਤੀ ਜਿਹੜੀ ਹੈ ਯੂਨਾਨੀ ਸ਼ਬਦ ਸਿਮਲੀਨ ਵਿੱਚੋਂ ਹੋਈ ਜਾਪਦੀ ਹੈ, ਜਿਹਦਾ ਇੱਕ ਅਰਥ ਹੁੰਦਾ ਹੈ ਇਕੱਠਾ ਕਰਨਾ। ਸਿੰਬਲੇਨ, ਇਹਦਾ ਅਰਥ ਹੈ ਇਕੱਠਾ ਕਰਨਾ। ਇਸ ਸ਼ਬਦ ਤੋਂ ਫਿਰ ਨਾਉਨ ਬਣਿਆ ਸਿੰਬਲੋਨ, ਸਿੰਬਲੋਨ ਇਹਦਾ ਨਾਉਨ ਬਣਿਆ, ਜਿਹਦਾ ਅਰਥ ਹੈ ਚਿੰਨ੍ਹ, ਨਿਸ਼ਾਨੀ, ਠੱਪਾ। ਇਹਦਾ ਅਰਥ ਇਹ ਬਣਿਆ। ਇਹ ਇੱਕ ਕਿਸੇ ਅਜਿਹੀ ਸਜੀਵ ਜਾਂ ਨਿਰਜੀਵ ਵਸਤੂ ਨੂੰ ਕਹਿੰਦੇ ਸਨ ਜੋ ਕਿਸੇ ਹੋਰ ਵਸਤੂ ਦੀ ਵਰਤੀ ਜਾਂਦੀ ਸੀ ਤੇ ਕਿਸੇ ਹੋਰ ਦੀ ਪ੍ਰਤੀਨਿਧਤਾ ਕਰਦੀ ਸੀ। ਪ੍ਰਤੀਕ, ਇਹ ਜੋ ਲਫ਼ਜ਼ ਹੈ ਪ੍ਰਤੀਕ, ਇਹ ਅਲੈਗਰੀ ਦੇ ਨਾਲੋਂ ਵੱਖਰਾ ਹੁੰਦਾ ਹੈ, ਕਿਉਂਕਿ ਪ੍ਰਤੀਕ ਦਾ ਇੱਕ ਠੋਸ ਤੇ ਰੀਅਲ ਹੋਂਦ ਹੁੰਦੀ ਹੈ, ਅਸਲ ਵਿੱਚ ਇੱਕ ਦੀ ਹੋਂਦ ਹੁੰਦੀ ਹੈ, ਜਦਕਿ ਅਲੈਗਰੀ ਇੱਕ ਕਾਲਪਨਿਕ ਸੰਕਲਪ ਦਾ ਨਾਮ ਹੈ। ਉਦਾਹਰਨ ਲੈ ਲਈਏ, ਤੱਕੜੀ, ਸਕੇਲ, ਜਿਹਨੂੰ ਅਸੀਂ ਤਰਾਜੂ ਵੀ ਕਹਿੰਦੇ ਹਾਂ, ਸਕੇਲ ਕਹਿੰਦੇ ਹਾਂ, ਇਨਸਾਫ ਦਾ ਪ੍ਰਤੀਕ ਮੰਨੀ ਜਾਂਦੀ ਹੈ। ਜਿਹੜੀ ਘੁੱਗੀ ਹੈ, ਇੱਕ ਪੰਛੀ, ਇਹਨੂੰ ਡਵ ਜਿਹਨੂੰ ਕਹਿੰਦੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਗੱਲ ਕਰ ਰਿਹਾ। ਸ਼ੇਰ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਲਾਬ ਨੂੰ ਸੁੰਦਰਤਾ ਦਾ, ਜਿਹੜਾ ਲਿਲੀ ਫੁੱਲ ਹੈ ਉਹਨੂੰ ਪਵਿੱਤਰਤਾ ਦਾ। ਇਸ ਤਰ੍ਹਾਂ ਇਹ ਜਿਹੜੀਆਂ ਧਾਰੀਆਂ ਸਟ੍ਰਾਈਪਸ ਹਨ, ਇਹ ਆਪੋ ਆਪਣੇ ਚੀਜ਼ਾਂ ਪ੍ਰਗਟਾਉਂਦੀਆਂ ਨੇ, ਪ੍ਰਤੀਕ ਨੇ ਹਨ। ਇਹ ਸਾਰੀਆਂ ਪ੍ਰਤੀਕ ਹਨ। ਤੋ ਜਿਹੜੀ ਇਹ ਗੱਲ ਕਰ ਲਈਏ, ਹਰ ਧਰਮ ਦੇ ਵਿੱਚ ਕੋਈ ਨਾ ਕੋਈ ਨਿਸ਼ਾਨ, ਜਿੱਦਾਂ ਹੁਣ ਸਾਡਾ ਨਿਸ਼ਾਨ ਸਾਹਿਬ ਇਹ ਪ੍ਰਤੀਕ ਹੈ। ਨਿਸ਼ਾਨ ਝੂਲਦਾ ਪ੍ਰਤੀਕ ਹੈ। ਅਮਰੀਕਾ ਦਾ ਸਟ੍ਰਾਈਪਸ ਵਾਲਾ ਹੈ, ਸਟਾਰਸ ਵਾਲਾ ਹੈ, ਕ੍ਰਾਸ ਵਾਲਾ ਕਈਆਂ ਦਾ ਬਣਿਆ। ਇਹ ਹੈ ਕ੍ਰਿਸਚੀਅਨਿਟੀ ਦੇ ਵਿੱਚ ਕ੍ਰਾਸ ਜਿਹੜਾ ਹੈ ਉਹਨੂੰ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਸਵਾਸਤਕ ਜਿਹੜਾ ਹੈ ਨਾਜ਼ੀ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਭਾਰਤ ਵਿੱਚ ਜਿਹੜਾ ਸ਼ੁਭ ਮੰਗਲ ਭਾਵਨਾ ਦਾ ਉਹ ਹੋਰ ਕੁਛ ਹੈ, ਉਹ ਜੁੜਾਇਆ ਕਰਕੇ ਜੇ ਲਿਖਦੇ ਨੇ, ਉਹ ਕਾਗਜ਼ ਉੱਤੇ ਸ਼ੁਭ ਜਿਹਾ ਲਿਖ ਕੇ ਮੰਗਲ ਲਿਖ ਦਿੰਦੇ ਹਨ। ਕਿਰਿਆਵਾਂ ਤੇ ਸੈਨਤਾ ਵੀ ਪ੍ਰਤੀਕਾਤਮਕ ਹੁੰਦੀਆਂ ਹਨ। ਹਵਾ ਵਿੱਚ ਲਹਿਰਾਈ ਜਾਣ ਵਾਲੀ ਬੰਦ ਮੁੱਠੀ ਹਮੇਸ਼ਾ ਜਿਹੜੀ ਦ੍ਰਿੜਤਾ ਤੇ ਅਗਰੈਸ਼ਨ ਦਾ ਪ੍ਰਤੀਕ ਹੁੰਦੀ ਹੈ। ਜਿਹੜੀ ਅਸੀਂ ਮੁੱਠੀ ਬੰਦ ਕਰਕੇ ਗੱਲ ਕਰਦੇ ਹਾਂ, ਇਹ ਦ੍ਰਿੜਤਾ ਤੇ ਅਗਰੈਸ਼ਨ ਦੀ ਹੁੰਦੀ ਹੈ ਗੱਲ। ਮੁੱਠੀ ਬੰਦ ਜਿਹੜੀ ਹੈ, ਇਹ ਵੀ ਇੱਕ ਪ੍ਰਤੀਕ ਹੈ। ਜੇ ਰੋਣਾ ਪਿੱਟਣਾ, ਜੇ ਛਾਤੀਆਂ ਪਿੱਟਣਾ, ਇਹਦਾ ਮਤਲਬ ਇਹ ਅਫਸੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੋਵੇਂ ਬਾਹਾਂ ਉੱਪਰ ਕਰਕੇ ਏਦਾਂ ਖੜੀਆਂ ਕਰਨੀਆਂ, ਇਹ ਸਮਰਪਣ ਦਰਸਾਉਂਦਾ ਹੈ। ਅੱਖਾਂ ਨੂੰ ਬੰਦ ਕਰਕੇ ਸਿਰ ਨੂੰ ਹੌਲੀ ਹੌਲੀ ਇੱਧਰ ਉੱਧਰ ਹਿਲਾਉਣ ਦਾ ਅਰਥ ਹੁੰਦਾ ਵੀ ਨਾ ਕਰ ਦੇਣੀ, ਇਨਕਾਰ ਕਰ ਦੇਣਾ। ਅਸੀਂ ਕਹਿੰਦੇ ਨਹੀਂ, ਅੱਖਾਂ ਬੰਦ ਕਰਕੇ ਇਸ ਤਰ੍ਹਾਂ ਨਹੀਂ। ਇਹਦਾ ਮਤਲਬ ਪ੍ਰਤੀਕ ਇਨਕਾਰ ਦਾ ਪ੍ਰਤੀਕ ਹੈ। ਯੂਨਾਨ ਦੇ ਵਿੱਚ ਦੋ ਧੜਿਆਂ ਦੇ ਵਿੱਚ ਹੋਏ ਇੱਕ ਸਮਝੌਤੇ ਨੂੰ ਦਰਸਾਉਣ ਲਈ ਉਹਨਾਂ ਨੂੰ ਕਿਸੇ ਸਿੱਕੇ ਦਾ ਅੱਧਾ ਟੁਕੜਾ ਦੇ ਦਿੱਤਾ ਜਾਂਦਾ ਸੀ। ਇਹ ਦੋਵੇਂ ਅੱਧੇ ਦੇ ਟੁਕੜੇ ਮਿਲ ਕੇ ਪੂਰਾ ਸਿੱਕਾ, ਜਿਹਨੂੰ ਕੁਆਇਨ ਕਹਿੰਦੇ ਅਸੀਂ, ਬਣ ਜਾਂਦਾ ਸੀ। ਇਸ ਤਰ੍ਹਾਂ ਅੱਧੇ ਟੁਕੜੇ ਨੂੰ ਵੇਖ ਕੇ ਦੂਜੇ ਅੱਧੇ ਦੀ ਯਾਦ ਆ ਜਾਂਦੀ ਸੀ। ਜਦੋਂ ਲਿਟਰੇਚਰ ਦੇ ਵਿੱਚ, ਸਾਹਿਤ ਵਿੱਚ ਜਦੋਂ ਕੋਈ ਪ੍ਰਤੀਕ ਵਰਤਿਆ ਜਾਂਦਾ ਹੈ ਤਾਂ ਇਹ ਆਪਣੇ ਤੋਂ ਪਰੇ ਕਿਸੇ ਹੋਰ ਵਸਤੂ ਜਾਂ ਸੱਚਾਈ ਦੀ ਯਾਦ ਦਿਵਾਉਂਦਾ ਹੈ। ਇਸ ਤਰ੍ਹਾਂ ਕੋਈ ਜਿਹੜੇ ਲਿਟਰੇਰੀ ਸਿੰਬਲ ਹੁੰਦੇ ਨੇ, ਸਾਹਿਤਕ ਪ੍ਰਤੀਕ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਇਹ ਇੱਕ ਦ੍ਰਿਸ਼ਟਾਂਤ, ਇੱਕ ਵਿਚਾਰ, ਸੰਕਲਪ ਨੂੰ ਆਪੋ ਵਿੱਚ ਜੋੜਨ ਦੇ ਕੰਮ ਕਰਦੇ ਨੇ। ਪ੍ਰਤੀਕ ਸਾਹਿਤ ਵਿੱਚ ਵਰਤੇ ਜਾਣ ਵਾਲੇ ਭਾਸ਼ਾ ਦੇ ਹੋਰ ਤੱਤਾਂ ਦੇ ਜਾਂ ਬਿੰਬਾਂ ਦੇ ਨਾਲ ਮਿਲਦਾ ਜੁਲਦਾ ਹੈ। ਪ੍ਰਤੀਕ ਇੱਕ ਅਲੰਕਾਰ ਵਾਂਗ ਹੈ। ਪ੍ਰਤੀਕ ਲਫ਼ਜ਼ ਜਿਹੜਾ ਅਲੰਕਾਰ ਵਾਂਗ ਹੈ। ਇਹਨਾਂ ਵਿੱਚੋਂ ਹਰ ਇੱਕ ਤੱਤ ਕਿਸੇ ਵਿਧੀ ਦਾ ਪ੍ਰਯੋਗ ਕਰਦਾ ਹੈ। ਜਿੱਥੇ ਵਕਤਾ ਜੋ ਕਹਿੰਦਾ ਉਹਦੀ ਮਨਸ਼ਾ ਨਾਲੋਂ ਉਸ ਨੂੰ ਕੁਝ ਵੱਧ ਜਾਂ ਕੁਝ ਹੋਰ ਹੁੰਦੀ ਹੈ,
ਇਹ ਪ੍ਰਤੀਕ ਕੁਝ ਇਸ ਤਰ੍ਹਾਂ ਦੇ ਇਸ਼ਾਰੇ ਜਾਂ ਅਸੀਂ ਕਹਿ ਲਈਏ ਇਸ ਤਰ੍ਹਾਂ ਹੁੰਦੇ ਹਨ। ਪਰ ਅਸਲ ਵਿੱਚ ਪ੍ਰਤੀਕ ਕੋਈ ਬਿੰਬ ਜਾਂ ਅਲੰਕਾਰ ਹੁੰਦਾ ਨਹੀਂ। ਇਹਦੀ ਪਛਾਣ ਕਰਨ ਲਈ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਕੋਈ ਪ੍ਰਤੀਕ ਕਿਸੇ ਮਜ਼ਮੂਨ ਉੱਤੇ ਉਹਦੇ ਦ੍ਰਿਸ਼ਟਾਂਤ ਨੂੰ ਕਵਿਤਾ ਵਿੱਚ ਕਿਵੇਂ ਜੋੜਦਾ ਹੈ, ਦੂਸਰੇ ਕਾਵਿ ਤੱਤਾਂ ਵਿੱਚ ਜੋ ਕਿਹਾ ਜਾਂਦਾ ਹੈ ਉਸ ਤੋਂ ਵੱਖਰਾ ਕਿਵੇਂ ਕਰਦਾ ਹੈ। ਤੋ ਬੋਲਣ ਵਾਲੇ ਦੀ ਇਹ 'ਚ ਮਨਸ਼ਾ ਕੀ ਹੈ, ਉਹਦਾ ਮਜ਼ਮੂਨ ਕੀ ਹੈ, ਇਹ ਕਈ ਕੁਝ ਚੀਜ਼ਾਂ ਹਨ ਜਿਹੜੀਆਂ ਪ੍ਰਤੀਕ ਦੇ ਵਿੱਚ ਮੰਨੀਆਂ ਜਾਂਦੀਆਂ ਹੁੰਦੀਆਂ ਹਨ। ਅਲੰਕਾਰਾਂ ਤੇ ਬਿੰਬਾਂ ਜੇ ਦੇ ਵਿੱਚ ਅਸੀਂ ਗੁਰਬਾਣੀ ਨੂੰ ਜਦੋਂ ਅਸੀਂ ਦੇਖਦੇ ਹਾਂ, ਮੈਂ ਸਿਰਫ ਗੁਰਬਾਣੀ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਬਾਰ-ਬਾਰ ਦੁਹਰਾਏ ਜਾਂਦੇ ਜਿਹੜੇ ਬਿੰਬ ਹਨ ਜਾਂ ਅਲੰਕਾਰ ਹਨ, ਉਹਨਾਂ ਨੂੰ ਪ੍ਰਤੀਕ ਬਣ ਕੇ ਵੀ ਕੁਝ ਚੀਜ਼ਾਂ ਆਉਂਦੀਆਂ ਹਨ। ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਜੂ ਬੋੜ ਨਾ ਪੀਵੇਂ ਉੱਡਣ ਸੰਧੀ ਤੰਜ। ਕੱਲਰ ਕੇਰੀ ਛੱਪੜੀ ਪ੍ਰਤੀਕ ਹੈ, ਇੱਕ ਪ੍ਰਤੀਕ ਦੱਸਿਆ, ਉਦਾਹਰਨ ਦਿੱਤੀ ਗਈ। ਜਿੱਤ ਦਿਹਾੜੇ ਧਨ ਭਰੀ ਸਾਹੇ ਲੈ ਲਿਖਾਏ, ਮਲਕ ਜੋ ਕੰਨੀ ਮਲਕ ਪ੍ਰਤੀਕ ਹੈ ਤੇ ਧਨ ਜਿਹੜੀ ਇਹ ਪ੍ਰਤੀਕ ਹੈ, ਇਸਤਰੀ ਦੇ ਨਾਲ ਵਰਤਿਆ ਜਾਂਦਾ ਹੈ। ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਇਹ ਪ੍ਰਤੀਕ ਹਨ। ਕੱਲਰ ਕੇਰੀ ਛੱਪੜੀ ਨੂੰ ਦੁਨੀਆ ਦੇ ਅਰਥਾਂ ਵਿੱਚ ਵਰਤਿਆ ਗਿਆ ਤੇ ਹੰਝ ਨੂੰ ਹੰਸ ਜਾਂ ਦਰਵੇਸ਼ ਦੇ ਅਰਥਾਂ ਵਿੱਚ ਵਰਤਿਆ ਗਿਆ। ਸਾਹੇ ਨੂੰ ਮੌਤ ਦੇ ਸਮੇਂ ਦੇ ਦਾ ਗਿਆਨ ਕਰਨ ਲਈ ਵਰਤਿਆ ਗਿਆ। ਮਲਕ ਨੂੰ ਮੌਤ ਦੇ ਫਰਿਸ਼ਤੇ ਦੇ ਪ੍ਰਤੀਕ ਹੈ, ਮਲਕ ਮੌਤ ਦੇ ਫਰਿਸ਼ਤੇ ਦਾ ਪ੍ਰਤੀਕ ਹੈ ਜੋ ਕਿਹਾ ਜਾਂਦਾ ਹੈ। ਇਹ ਪ੍ਰਤੀਕ ਪੰਜਾਬੀ ਸੱਭਿਆਚਾਰ ਦੇ ਵਿੱਚ ਵਰਤੇ ਜਾਂਦੇ ਜਾ ਰਹੇ ਹਨ ਤੇ ਵਰਤੇ ਜਾਂਦੇ ਰਹਿਣਗੇ। ਇਸ ਕਰਕੇ ਇਹਨਾਂ ਦੇ ਅਰਥ ਜਿਹੜੇ ਹਨ ਉਹ ਸਾਨੂੰ ਸਮਝਣ ਦੀ ਲੋੜ ਹੁੰਦੀ ਹੈ। ਪ੍ਰਤੀਕ ਦੇ ਇਹਦੀ ਇੰਟੈਂਸ਼ਨ ਮੀਨਿੰਗਸ ਦੇ ਨਾਲ ਕੋਈ ਸਾਡੇ ਇੱਛਤ ਅਰਥਾਂ ਨਾਲ ਇਹ ਨਹੀਂ ਕੁਝ ਦਰਸਾਉਂਦੇ। ਇਹ ਸਿਰਫ ਉਹਦੀ ਪ੍ਰਤੀਕ ਦੀ ਸਮਝਣ ਦੀ ਲੋੜ ਹੁੰਦੀ ਹੈ ਵੀ ਕਿਉਂ ਵਰਤਿਆ ਗਿਆ, ਕਿਉਂ ਇਸਤੇਮਾਲ ਕੀਤਾ ਗਿਆ ਹੈ। ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕਵੀ ਆਪਣੀਆਂ ਰਚਨਾਵਾਂ ਦੇ ਵਿੱਚ ਵਰਤੇ ਗਏ ਅਲੰਕਾਰ ਜਿਹੜੇ ਨੇ ਰੂਪਕ ਹਨ, ਉਹਨਾਂ ਨੂੰ ਨਵੀਆਂ ਰਚਨਾਵਾਂ 'ਚ ਪ੍ਰਤੀਕਾਂ ਵਜੋਂ ਇਸਤੇਮਾਲ ਕਰ ਲੈਂਦੇ ਹਨ। ਨਵੀਆਂ ਰਚਨਾਵਾਂ ਦੇ ਵਿੱਚ ਸਿਰਫ ਪ੍ਰਤੀਕ ਦੱਸ ਕੇ ਉਹਨੂੰ ਅੱਗੇ ਤੁਰ ਪੈਂਦੇ ਹਨ, ਕਿਉਂਕਿ ਉਹਨਾਂ ਨੇ ਪਾਠਕਾਂ ਨੂੰ ਇੱਛਤ ਅਰਥਾਂ ਵਿੱਚ ਪ੍ਰਵਾਨ ਪਹਿਲਾਂ ਹੀ ਕੀਤਾ ਹੁੰਦਾ ਹੈ। ਇਸ ਕਰਕੇ ਉਹ ਪਾਠਕਾਂ ਨੂੰ ਹੋਰ ਸਮਝਾਉਣ ਦੀ ਲੋੜ ਨਹੀਂ ਦੱਸਦੇ। ਤਾਂ ਕਾਵਿ ਵਿੱਚ ਵਰਤਿਆ ਗਿਆ ਪ੍ਰਤੀਕ ਜਿਹੜਾ ਹੈ ਸਵੈ ਸਪਸ਼ਟ ਤੇ ਨਿਸ਼ਚਿਤ ਹੋਣਾ ਚਾਹੀਦਾ ਹੈ। ਬਿੰਬ ਦਾ ਪ੍ਰਯੋਗ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਸ ਦੀ ਸ਼ਬਦਾਤਮਕ ਵਿਆਖਿਆ ਜਿਹੜੀ ਉਹ ਕਠਿਨ ਪ੍ਰਤੀਤ ਹੁੰਦੀ ਹੈ। ਕਾਵਿ ਪੰਕਤੀ ਵਿੱਚ ਲੁਪਤ ਅਤੇ ਸੰਕੇਤਕ ਦਬਾਅ ਇੰਨਾ ਹੋਵੇ ਕਿ ਉਹਨਾਂ ਵਿਆਖਿਆ ਤੋਂ ਬਿਨਾਂ ਅਰਥ ਉਜਾਗਰ ਨਾ ਹੋਣ। ਜਿਵੇਂ ਗੁਰਬਾਣੀ ਤੇ ਸੂਫੀ ਕਾਵਿ ਦੇ ਅਰਥਾਂ ਦੀ ਗਹਿਰਾਈ ਤੱਕ ਪਹੁੰਚਣ ਲਈ ਸਾਨੂੰ ਪ੍ਰਤੀਕਾਤਮਕ ਅਰਥ ਕਰਨੇ ਬੜੇ ਜ਼ਰੂਰੀ ਹੁੰਦੇ ਹਨ। ਕਈ ਵਾਰ ਆਧੁਨਿਕ ਕਾਵਿ ਦੇ ਵਿੱਚ ਪ੍ਰਤੀਕਾਂ ਦੀ ਪ੍ਰਯੋਗ ਜਿਹੜਾ ਹੈ ਉਹ ਕਾਫੀ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ। ਜਿਵੇਂ ਬਲਵੰਤ ਜੀ ਨੇ, ਬਾਬਾ ਬਲਵੰਤ ਨੇ ਇਸਤੇਮਾਲ ਕੀਤਾ ਪ੍ਰਤੀਕ, ਜਨਮ ਤੋਂ ਪਹਿਲਾਂ ਮੇਰੇ ਇੱਕ ਜੋਤਸ਼ੀ ਕਹਿੰਦਾ ਰਿਹਾ, ਇਸ ਦੇ ਹੱਥੋਂ ਹੈ ਮਹਾਰਾਣੀ ਦੀ ਮੌਤ, ਇਸ ਲਈ ਰਾਣੀ ਦੇ ਰਾਖੇ ਉਸਦੇ ਗੋਲੇ ਤੇ ਵਜ਼ੀਰ, ਉਸਦੇ ਕੁੱਤੇ, ਉਸਦੇ ਦਾਰੂਗੀਰ, ਉਸਦੀ ਫਕੀਰ, ਜਨਮ ਦੇ ਦਿਨ ਹੀ ਮੇਰੇ ਮਰਨ ਨੂੰ ਆਈ ਇਹ ਵਹੀਰ। ਇਹ ਕੁੱਤੇ ਲਫ਼ਜ਼, ਮਹਾਰਾਣੀ ਲਫ਼ਜ਼ ਪ੍ਰਤੀਕਾਂ 'ਚ ਵਰਤੇ ਗਏ ਉਹਨਾਂ ਲੋਕਾਂ ਨੂੰ, ਜਿਹੜੀ ਕਵਿਤਾ ਵਿੱਚ ਉਹਨੇ ਪ੍ਰਸ਼ਾਦ ਆਪਣਾ ਦੱਸਣਾ। ਇਸ ਤਰ੍ਹਾਂ ਇਹ ਪ੍ਰਤੀਕ ਦੇ ਜਿਹੜੇ ਹਨ ਇਹ ਇਸਤੇਮਾਲ ਕੀਤੇ ਜਾਂਦੇ ਹਨ। ਤਾਂ ਇਸ ਕਵਿਤਾ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਹੈ, ਇਹ ਜੋਤਸ਼ੀ ਲਫ਼ਜ਼ ਕਾਰਲ ਮਾਰਕਸ ਲਈ ਵਰਤਿਆ ਗਿਆ, ਮਹਾਰਾਣੀ ਲਫ਼ਜ਼ ਪੂੰਜੀਵਾਦ ਜਿਹੜੇ ਕੈਪੀਟਲਿਸਟਿਕ ਸਨ ਉਹਨਾਂ ਲਈ ਵਰਤਿਆ ਗਿਆ, ਕੁੱਤੇ ਜਿਹੜੇ ਸੇਵਕਾਂ ਲਈ ਵਰਤਿਆ ਗਿਆ, ਫਕੀਰ ਜਿਹੜਾ ਸੀ ਉਹ ਧਰਮ ਲਈ ਜਾਂ ਚਰਚਾ ਲਈ ਉਦੋਂ ਵਰਤਿਆ ਗਿਆ। ਤੇ ਇਹ ਪ੍ਰਤੀਕ ਜਿਹੜੇ ਇਹ ਲਫ਼ਜ਼ ਵਰਤ ਕੇ ਉਹ ਚੀਜ਼ਾਂ ਸਮਝਾ ਦਿੱਤੀਆਂ ਗਈਆਂ ਜਿਹੜੇ ਇਹ ਲਫ਼ਜ਼ ਇਸਤੇਮਾਲ ਕਰਕੇ। ਤਾਂ ਪ੍ਰਤੀਕ ਹੈ ਉਹ ਚੀਜ਼ ਹੁੰਦੀ ਹੈ ਜਿਸ ਨਾਲ ਅਸੀਂ ਕੋਈ ਚੀਜ਼ ਨੂੰ ਅੱਗੇ ਇਸ਼ਾਰੇ ਮਾਤਰ ਸਮਝਾ ਸਕਦੇ ਹਾਂ, ਦੱਸ ਸਕਦੇ ਹਾਂ। ਇਸ ਤਰ੍ਹਾਂ ਕਰ ਦਈਏ, ਬਾਹਾਂ ਉਲਾਰ ਕੇ ਚਲੇ ਜਾਈਏ ਤਾਂ ਇਸ ਤਰ੍ਹਾਂ ਕਰ ਲਈਏ, ਤਾਂ ਇਸ ਢੰਗ ਦੇ ਨਾਲ ਇਹ ਪ੍ਰਤੀਕ ਜਿਹੜੇ ਹਨ ਇਹ ਮੰਨੇ। ਇਹ ਪ੍ਰਤੀਕ ਏਦਾਂ ਕਰਕੇ ਜਾਣਾ, ਜਿੱਤ ਕੇ ਜਾਣਾ, ਇਸ ਤਰ੍ਹਾਂ ਕਰਨਾ, ਸਮਰਪਣ ਕਰ ਦੇਣਾ, ਇਸ ਤਰ੍ਹਾਂ ਕਰਨਾ, ਤਾਕਤ ਦੀ ਆਪਣੀ ਜਿਹੜਾ ਏਕਤਾ ਦਾ, ਤਾਕਤ ਦਾ ਇਜ਼ਹਾਰ ਕਰਨਾ, ਪ੍ਰਤੀਕ ਹਨ ਸਾਡੇ।
ਇਹ ਪ੍ਰਤੀਕ ਲਫ਼ਜ਼ ਵੀ ਕਈ ਜਗ੍ਹਾ ਤੇ ਗੁਰਬਾਣੀ ਦੇ ਵਿੱਚ ਇਸਤੇਮਾਲ ਹੋਇਆ, ਜਿਵੇਂ ਕਲਰ ਕੇ ਦੀ ਛੱਪੜੀ ਦੀ ਗੱਲ ਮੈਂ ਕੀਤੀ ਹੈ, ਪ੍ਰਤੀਕ ਦੇ ਤੌਰ ਤੇ ਇਹ ਲਫ਼ਜ਼ ਜਿਹੜੇ ਹੈ ਇਸਤੇਮਾਲ ਹੋਇਆ। ਤੋਂ ਇਹਨਾਂ ਸ਼ਬਦਾਂ ਦੇ ਨਾਲ ਅੱਜ ਇੱਥੇ ਸਮਾਪਤੀ ਕਰ ਰਿਹਾ ਹਾਂ ਜੀ। ਅਗਲੀ ਵਾਰੀ ਜੋ ਪੱਪੇ ਸ਼ਬਦ ਤੋਂ ਹੋਰ ਸ਼ਬਦ ਸਾਨੂੰ ਮਿਲਦੇ ਹਨ, ਪੱਪੇ ਅੱਖਰ ਤੋਂ, ਉਹਨਾਂ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਾਂਗਾ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।